ਉਹ ਨੌਜਵਾਨੋ, ਉਹ ਇਮਾਨਦਾਰ ਉਹ ਬੰਦੇ ਹੋ ਜਿਹੜੇ ਕਿ ਦਰ ਧੱਕੇ ਖਾਂਦੇ ਹੋ। ਇਹ ਧੱਕੇ ਖਾਣ ਤੋਂ ਕੋਈ ਲੋੜ ਨਹੀਂ ਹੈ। ਇਹ ਦੇਖੋ, ਤੁਹਾਨੂੰ ਸੁਣੋ, ਇੱਕ ਬੜੀ ਧਿਆਨ ਦੀ ਗੱਲ ਸੁਣੋ। ਮੈਂ ਇਹ ਕਹਿਣਾ, ਇਹ ਜਿਹੜੇ UK ਦੇ ਬੈਠੇ, ਇੰਗਲੈਂਡ 'ਚ ਬੈਠੇ, ਕੈਨੇਡਾ ਬੈਠੇ, ਅਮਰੀਕਾ ਬੈਠੇ, ਉੱਥੇ ਕਦੇ IAS ਐਗਜ਼ਾਮ ਹੋਇਆ? ਕਦੇ ਵੀ ਇਹ ਕੰਪੀਟੀਸ਼ਨ ਐਗਜ਼ਾਮ ਨਾ ਇੰਗਲੈਂਡ 'ਚ ਹੁੰਦਾ, ਨਾ ਅਮਰੀਕਾ ਜਾਂ ਕੈਨੇਡਾ 'ਚ। ਸਾਡੇ ਕਿਉਂ ਹੁੰਦਾ? ਕਿਉਂਕਿ ਇਹ ਸਾਡਾ ਗੁਲਾਮੀ ਦੀ ਨਿਸ਼ਾਨੀ ਸੀ। ਉਹਨਾਂ ਨੇ ਕਰਕੇ ਵੀ ਇਹਨਾਂ ਨੂੰ ਪਾਵਰ ਦੇ ਦਿਓ ਇੱਕਦਮ। ਨਾ ਕੋਈ PCS ਐਗਜ਼ਾਮ ਹੁੰਦੇ ਇੰਗਲੈਂਡ ਦੇ ਵਿੱਚ, ਤੁਹਾਨੂੰ ਥੱਲਿਓਂ ਚੜ੍ਹ ਕੇ ਇੱਕ ਪੌੜੀ ਚੜ੍ਹ ਕੇ ਖਾ ਕੇ ਫਿਰ ਬਣਨਾ ਪੈਂਦਾ ਬੰਦੇ ਨੂੰ। ਇਹ ਕੀ ਯਾਰ ਹੋਇਆ? ਕੱਲ ਨੂੰ ਬੰਦਾ ਠੀਕ ਹੈ, ਬੜੇ ਕਾਬਲ ਨੇ, ਕਈ ਐਸੇ IAS ਅਫਸਰ ਨੇ ਜਿਨ੍ਹਾਂ ਨੇ ਕਮਾਲ ਕਰ ਦਿੱਤੀ ਹੈ, ਪੰਜਾਬ ਦੇ ਪੰਨੂ ਵਰਗੇ ਹੋਰ ਬਥੇਰੇ ਨੇ। ਇਹ ਨਹੀਂ ਕਹਿੰਦਾ ਸਾਰੇ ਮਾੜੇ, ਪਰ ਸਿਸਟਮ ਦੇ ਵਿੱਚ ਗੁਲਾਮੀ ਅੰਦਰ ਪਈ ਹੋਈ ਹੈ ਕਿ ਅਸੀਂ ਉਹਨਾਂ ਵੱਲ ਦੇਖਣਾ ਹੈ ਤੇ ਉਹਨਾਂ ਨੇ ਸਾਨੂੰ ਕੰਟਰੋਲ ਕਰਨਾ। ਇੱਕ ਥਾਣੇਦਾਰ ਤੱਕ ਸਭ ਸਿਸਟਮ ਐਸਾ ਬਣਾਇਆ ਗੋਰਿਆਂ ਨੇ, ਅਮਰੀਕਾ ਨੇ, ਇੰਗਲਿਸ਼ ਨੇ ਸਾਡੇ ਤੇ, ਕਿ ਤਾਂ ਜੋ ਅਸੀਂ ਜਿਹੜਾ ਆਮ ਮੁਸ਼ੱਕਤ ਬੰਦਾ, ਜਿਹਦੇ ਕੋਲੇ ਅਸਲੀ ਵੇ ਦੇ ਵਿੱਚ ਜਾਨ ਪੈਸਾ, ਜਿਹੜਾ ਜਿੰਦ ਜਾਣਾ, ਉਹਨੂੰ ਗੁਲਾਮ ਬਣਾ ਕੇ ਰੱਖੋ। ਔਰ ਇਹ ਹੁੰਦਾ ਹੈਗਾ ਕਿ ਤੁਸੀਂ ਨਿੱਕਾ ਜਿਹਾ ਕੰਮ ਕਰਾਉਣ ਲਈ ਵੀ ਧੱਕੇ ਖਾਣੇ ਹੋ। ਰੂਲ ਇਹ ਹੋਣਾ ਚਾਹੀਦਾ, ਜੇ ਦਿਆਨਤਦਾਰ ਪੋਲੀਟੀਸ਼ਨ ਉੱਪਰ ਆ ਜਾਏ ਨਾ, ਕੋਈ ਰੂਲ ਬਣਾ ਦੇ, ਕੋਈ ਵੀ ਅਫਸਰ ਕਿਸੇ ਵੀ ਐਪਲੀਕੇਸ਼ਨ 3 ਦਿਨ ਤੋਂ ਬਾਅਦ ਨਹੀਂ ਰੋਕ ਸਕਦਾ, ਉਹਨੂੰ ਅੱਗੇ ਤੋਰਨੀ ਪੈਣੀ ਹੈ। ਫਿਰ ਦੇਖੋ ਕੀ ਬਣਦਾ। ਇਹ ਲਾਅ ਬਣ ਜੇ, ਇਹ ਕੰਟਰੋਲ ਬਣ ਜੇ। ਚਾਹੇ ਪਟਵਾਰੀ ਕੋਈ ਜਾਂਦੀ ਹੈ, ਐਪਲੀਕੇਸ਼ਨ ਦਿਓ, ਆ ਮੇਰਾ ਸੱਚਾ ਸੁੱਚਾ ਕੰਮ ਹੈਗਾ, ਤੂੰ ਕੀ ਕਰ ਸਕਿਆ? 2 ਦਿਨ ਰੋਕ ਲੇਗਾ, 3 ਦਿਨ ਅੱਗੇ ਤੋਰਨੀ ਪੈਣੀ ਹੈ ਹਾਲਾਤ 'ਚ। ਹੁਣ ਕੀ ਕਰਦੇ ਨੇ? ਤੁਸੀਂ ਜਾਣਦੇ ਹੋ, ਧੱਕੇ ਖਾਂਦੇ ਹੋ। 2 ਬਿਘਾ ਜ਼ਮੀਨ 'ਚ ਇਸੇ ਖਾ ਉਹ ਜਾਂਦਾ ਵਿਚਾਰਾ, ਧੱਕੇ ਖਾਂਦਾ, ਬਿਜਲੀ ਦਾ ਕਨੈਕਸ਼ਨ ਕੱਟਦਾ, ਉਹ ਦਿਨ ਦੇ ਬਿੱਲ ਜਾਂਦਾ। ਅੱਗੇ ਦੇਖਿਆ ਜੀ, ਉਹ ਜਿਹੜਾ ਅਫਸਰ ਹੈਗਾ ਉਹ ਮਿਨਿਸਟਰ ਨੂੰ ਉੱਥੇ ਚਲਾ ਗਿਆ, ਫਿਰ ਧੱਕੇ ਖਾਂਦਾ, ਪਰਸਨ ਦਾ ਫਿਰ ਜਾਂਦਾ। ਫਿਰ ਉਹ ਜੀ ਜਦੋਂ ਵਾਰੀ ਆਉਂਦੀ ਉਦੋਂ ਵਿੰਡੋ ਬੰਦ ਹੋ ਜਾਂਦੀ ਹੈ। ਹਾਰ ਕੇ ਉਹ ਵਿਚਾਰਾ, ਬਿਲਕੁਲ ਇਹ ਹਾਲ ਹੈ ਸਾਡਾ ਇੱਥੇ। ਮੈਂ ਐਤਕੀ 2017 ਦੇ ਵਿੱਚ ਮੇਰੇ ਰਿਸ਼ਤੇਦਾਰ ਰਜਿਸਟਰੀ ਕਰਾਉਣੀ ਸੀਗੀ, 3 ਦਫਾ ਤਹਿਸੀਲਦਾਰ ਦੇ ਧੱਕੇ ਖਾਦੇ। ਉੱਥੇ ਗਏ, ਮੈਂ ਨਾਲ ਗਿਆ, ਮੈਂ ਨਾ ਦੇਣੀ ਸੀ ਸਟੇਟਮੈਂਟ। ਉਹ ਜੀ ਸਾਹਿਬ ਥੋੜਾ ਜਿਹਾ ਨਾ ਇੱਥੇ ਗਏ ਆ, ਉਹ ਦੂਜਾ ਅਫਸਰ ਆ ਗਿਆ, ਉਹ ਕੰਫਰਟ ਮੀਟਿੰਗ ਗਏ। ਅਗਲੇ ਦਿਨ ਉਹ ਜੀ ਮਿਨਿਸਟਰ ਨੇ ਆਉਣਾ ਸੀ, ਸਾਹਿਬ ਉੱਥੇ ਚਲੇ ਗਏ। ਤੀਜੇ ਦਿਨ ਫਿਰ ਜੋ ਤੁਹਾਡੇ ਦਿਨ ਆਇਆ ਨਾ, ਮੈਂ ਪਰੇ ਨਹੀਂ ਕੀਤੀ, ਆ ਗਿਆ ਸਾਹਿਬ। ਮੈਂ ਸਿੱਧੀ ਗੱਲ ਬਗੈਰ ਕਿਸੇ ਗੱਲ ਦੇ ਸਾਹਮਣੇ ਖੜਾ ਹੋ ਗਏ। ਮੈਂ ਕਿਹਾ ਸਾਹਿਬ ਮੇਰੀ ਗੱਲ ਸੁਣੋ, ਤੁਸੀਂ ਆਹ ਬੰਦੇ ਜਿਹੜੇ ਨੇ ਨਾ, ਅਸਲੀ ਤਾਂ ਇਹ ਨੇ, ਧੱਕੇ ਖਾਂਦੇ ਨੇ। ਤੁਹਾਡੀ ਪੋਜੀਸ਼ਨ ਇਹਨੇ ਬਣਾ ਕੇ ਰੱਖੀ ਹੈ, ਤੁਸੀਂ ਇਹਨਾਂ ਨੂੰ ਇਹ ਤੱਕ ਰਹੇ ਹੋ। ਕਿੱਥੇ ਸੀ ਤੁਸੀਂ ਦਫ਼ਤਰ ਲਾਉਣਾ ਸੀ, ਕਿਉਂ ਨਹੀਂ ਲਾਇਆ? ਕੋਈ ਕਿਤੋਂ ਆਇਆ, ਕੋਈ ਤੋਂ ਵਿਚਾਰਾ 10 ਮਿੰਟ ਕਰ ਗਿਆ, ਉਹ ਸਿੱਧਾ ਹੈਰਾਨ ਰਹਿ ਗਿਆ। ਤੇ ਤੁਸੀਂ ਕੌਣ ਹੋਣੇ? ਜੋ ਵੀ ਹੁੰਨਾ ਨਾ, ਮੈਂ ਇਹਨਾਂ ਦਾ ਇੱਕ ਦਰਦੀ ਹੈਗਾ। ਤੁਸੀਂ ਕੀ ਕਰ ਸਕਦੇ? ਮੈਨੂੰ ਦੱਸੋ, ਪੁੱਛਣ ਕੀ ਕਰੋਗੇ? ਮੈਂ ਤੁਹਾਨੂੰ ਲਲਕਾਰ ਕੇ ਕਹਿਣਾ ਗਲਤੀ ਤੁਹਾਡੀ ਹੈ, ਤੁਹਾਨੂੰ ਲਲਕਾਰ ਕੇ। ਮੈਂ 3-4 ਵਾਰ ਕਿਹਾ ਨਾ, ਦੂਜੇ ਸੁਣਨ ਵਾਲੇ ਹੈਰਾਨ ਰਹਿ ਗਏ। ਉਸੇ ਵੇਲੇ ਨਾਲ ਚੁੱਪ ਕਰ ਗਿਆ, ਕਹਿੰਦਾ ਬਜ਼ੁਰਗੋ ਮੈਂ ਤਾਂ ਮਾਫੀ ਮੰਗਦਾ, ਕਰਨਾ ਨਹੀਂ, ਤੁਸੀਂ ਬਹੁਤ ਕਰਕੇ ਚੁੱਪ ਕਰਕੇ ਨਾ ਪਿੱਛੇ ਖੜ ਕੇ ਬੰਦੇ ਆ ਲਿਆਓ ਜੀ, ਲਿਆਓ ਮੈਨੂੰ ਪਿੱਛੇ ਨਾਲ ਕਿਹੜਾ ਫੋਟੋ ਲਓ ਜੀ, ਅੱਜ ਤੋਂ ਰਜਿਸਟਰੀ ਹੋ ਗਈ ਜੀ, ਫੋਟੋ ਰਜਿਸਟਰੀ। ਪਿੱਛੇ ਖੜ ਕੇ ਸਾਰੇ ਦਬਾ ਦਬ ਚੱਕਤਾ। ਐਂ ਤੋਂ ਦੱਸੀ ਜਾਣਾ ਨਾ ਤੁਹਾਨੂੰ, ਇਹ ਜਿਹੜਾ ਸਿਸਟਮ ਹੈ ਨਾ, ਕਿ ਤੁਹਾਡੇ ਅੰਦਰ ਗੁਲਾਮੀ ਦੀ ਨਸੀਹਤ ਇੰਨੀ ਭਰ ਦਿੱਤੀ ਗਈ ਹੈ। ਤੁਸੀਂ ਅਸਲੀ ਗੱਲ ਜਿਹੜੀ ਹੈ, ਅਸਲੀ ਪਾਵਰ ਤਾਂ ਉਹਨਾਂ ਇਮਾਨਦਾਰ ਬੰਦੇ, ਉਹ ਜ਼ਿਮੀਂਦਾਰ ਜਿਹੜੇ ਖੂਨ ਪਸੀਨਾ ਫਸਾ ਕੇ ਆਪਣਾ ਪੈਸਾ ਕਮਾਉਂਦੇ ਨੇ, ਉਹ ਬੱਚੇ ਜਿਹੜੇ ਦਰਦ ਧੱਕੇ ਖਾਂਦੇ ਨੇ, ਜਿਨ੍ਹਾਂ ਨੇ ਕੋਈ ਜਾਬ ਨਹੀਂ ਹੈ, ਜਿਹਨਾਂ ਕੋਲ ਕੁਛ ਨਹੀਂ। ਅਸਲੀ ਤਾਂ ਉਹ ਨੇ ਜਿੰਦ ਜਾਨ ਪੰਜਾਬ ਦੀ। ਅੱਜ ਉਹਨਾਂ ਨੂੰ ਰੁਲਾ ਕੇ ਰੱਖ ਦਿੱਤਾ, ਕਿਉਂਕਿ ਜੋ ਕਮਾਈ ਕਰਦੇ ਨੇ ਉੱਤੋਂ ਖਾਈ ਜਾ ਰਹੇ ਨੇ। ਆਧਾ ਮਿੰਟ ਕਿਹਾ ਉੱਤੋਂ ਮੈਨੂੰ ਨਾ ਬਣ ਜਾਣਾ ਹੈਗਾ। ਮਜ਼ਾਲ ਹੈ ਇਹ ਹੋ ਜਾਣਾ। ਤੁਹਾਨੂੰ ਸੱਚੀ ਦੱਸਾਂ ਨਾ, ਜੇ ਅਗਰ ਕੁਛ ਹੋ ਜੇ, ਕਿੰਨਾ ਕੁਛ ਤੁਸੀਂ ਮੈਨੂੰ ਸਮਝ। ਮੈਂ ਇੱਕ ਪੇਪਰ ਪਹਿਲਾਂ ਗੱਲ ਕਰ ਚੁੱਕਿਆ, ਡੈਮ ਬਣਾ ਕੇ ਬਿਜਲੀ ਬਣਾਓ, ਭੁੱਖੇ ਮਰ ਜਾਈਏ ਯਾਰ। ਤੇ ਫਿਰ ਪਾਣੀ ਦੇਖੋ, ਜ਼ਿਮੀਂਦਾਰ ਵੀ ਦੇਖੋ ਕਿੰਨੇ ਲਾਈ ਲੱਗ ਨੇ, ਜ਼ਿਮੀਂਦਾਰ ਵੀ ਆਪਣੇ ਪੈਰੀ ਕੁਹਾੜਾ ਮਾਰ ਰਹੇ। ਮੈਂ ਉਹਨੂੰ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਆਹ ਜਿਹੜਾ ਦਿਖਾਵਾ, ਆਹ ਵੀ ਦੀ ਜੈਲਸੀ, ਇਹ ਅੱਡੀਆਂ ਚੱਕ ਕੇ ਕਿਨੇ ਉਹ ਖਰਚਾ ਕਰਨਾ, ਤੁਸੀਂ ਆਪਣੇ ਪੈਰੀ ਆਪ ਕੁਹਾੜਾ ਮਾਰ ਰਹੇ ਹੋ। ਤੁਸੀਂ ਆਪ ਦੇਖੋ। ਪ੍ਰੋਫੈਸਰ ਸਾਹਿਬ, ਹਾਂਜੀ, ਇਹ ਇੱਕ ਸਵਾਲ ਜਿਹੜਾ ਬੜਾ ਵੱਡਾ ਹੈ ਕਿ ਜਿਹੜੇ ਸਾਡੇ ਇੱਥੇ ਬੜੇ ਡਰ ਨੇ, ਅਮੂਮਨ ਪੋਲੀਟੀਸ਼ੀਅਨ ਇਹਨਾਂ ਡਰਾਂ ਚੋਂ ਇਲੈਕਸ਼ਨ ਜਿੱਤਦੇ ਆ। ਇੱਕ ਸਵਾਲ ਖੜਾ ਹੋ ਜਾਂਦਾ ਕਿ ਐਰਕਾਂ ਸਰਕਾਰ ਕਿਹਦੀ ਆਉਣੀ? 2 ਹੀ ਪਾਰਟੀਆਂ ਅੱਗੇ ਪਿੱਛੇ ਤੁਰੀਆਂ ਫਿਰਦੀਆਂ। ਉਹ ਕਹਿੰਦੇ ਜੀ ਸਰਕਾਰ ਫਲਾਣੇ ਦੀ, ਐਰਕਾਂ ਹਵਾ ਉਹਨਾਂ ਦੀ ਹੈ ਜੀ। ਬੰਦਾ ਕਹਿੰਦਾ ਅੱਛਾ ਚਲੋ ਉਹਨਾਂ ਨੂੰ ਵੋਟ ਪਾ ਦਿਓ, ਕਿਉਂਕਿ ਸਾਡੇ ਤੇ ਕੋਈ ਝੂਠਾ ਪਰਚਾ ਨਾ ਹੋ ਜੇ, ਸਾਡੀ ਕੋਈ ਪੈਲੀ ਨਾ ਦੱਬ ਲੇ, ਸਾਡਾ ਕਿਤੇ ਬੱਚੇ ਦੇ ਉੱਤੇ ਕੋਈ ਕੇਸ ਨਸ਼ੇ ਦਾ ਨਾ ਪੈ ਜੇ, ਸਾਡੀ ਕਿਤੇ ਪੁਲਿਸ ਵੈਰੀਫਿਕੇਸ਼ਨ ਆਉਣੀ ਆ ਖਰਾਬ ਨਾ ਹੋ ਜੇ।
ਬੜੇ ਸਵਾਲ ਆ। ਸਿਰਫ ਇਹਨਾਂ ਡਰਾਂ ਦੇ ਵਿੱਚੋਂ ਪੋਲੀਟੀਸ਼ੀਅਨ ਜੀਂਦੇ ਨੇ ਤੇ ਪੁਲਿਸ ਦਾ ਸਿਆਸੀਕਰਨ ਇਹਨੂੰ ਸੁਧਾਰ ਕਿਵੇਂ ਸਕਦੇ ਆ? ਇਹ ਇੱਕ ਵੱਡਾ ਰੋਲ ਹੈ, ਵੱਡਾ ਫੈਕਟਰ ਆ। ਇਹ ਇੱਕ ਐਡਾ ਵੱਡਾ ਸਕੰਜਾ ਹੈ ਸਾਡੇ ਤੇ ਕਸਿਆ ਹੋਇਆ, ਔਰ ਉਹ ਸਕੰਜਾ ਤਾਂ ਵਰਤੀ ਜਾ ਰਿਹਾ ਹੈ ਕਿ ਅਸੀਂ, ਜਿਵੇਂ ਤੁਸੀਂ ਕਿਹਾ, ਜ਼ਿਆਦਾ ਡਰੇ ਹੋਏ ਆ ਜਾਂ ਇੰਨੇ ਖੁਦਗਰਜ਼ ਹਾਂ ਕਿ ਅਸੀਂ ਇਹਨਾਂ ਨੂੰ ਪੱਠੇ ਪਾਈ ਜਾ ਰਹੇ ਹਾਂ। ਇੱਕ ਬੰਦਾ, ਇੱਕ ਚੀਜ਼ ਆਉਂਦੀ ਹੈ, ਉਹਦੇ ਜਿਵੇਂ ਕਹਿੰਦਾ ਸ਼ੇਰ ਨੂੰ ਇਹਦੇ ਮੂੰਹ ਤੇ ਸੱਪ ਕੀ ਨਾ ਲੱਗ ਗਿਆ ਲੋ ਆਦਮੀ ਦਾ, ਹੁਣ ਉਹ ਮੰਗਦਾ ਹੋਰ ਜਾਏ ਇਸ ਦੇ ਕਿ ਉਹਨੂੰ ਡੱਕਿਆ ਜਾਵੇ, ਉਹਨੂੰ ਖੂਨ ਹੋਰ ਦੇ, ਚਲੋ ਬਾਈ ਉਹਦਾ ਖੂਨ ਲੱਗ ਗਿਆ, ਉਹਨੂੰ ਪੈਸੇ ਲੈਣੇ ਆ, ਹੁਣ ਤੁਹਾਡੇ ਕੰਮ ਕਰਨੇ ਆ। ਅਸੀਂ ਉਹਦੇ ਡਰ ਦੇ ਮਾਰੇ ਅਸੀਂ ਕੀ ਕਰਦੇ ਹਾਂ, ਅਸੀਂ ਉਲਟਾ ਉਹਨੂੰ ਹੋਰ ਫੀਡ ਕਰੀ ਜਾਂਦੇ ਹਾਂ। ਇਹ ਹੋ ਹੀ ਜਾਊਗਾ ਨਾ ਤੇ ਇਹ ਵਧੂਗਾ, ਘਟੇਗਾ ਨਹੀਂ। ਇੱਕ ਬੰਦੇ ਨੇ ਕਿਹਾ ਜਾਂ ਕਰਪਸ਼ਨ ਬਹੁਤ ਜ਼ਿਆਦਾ ਹੋ ਗਈ, ਦੂਜੇ ਬੰਦੇ ਕਹਿੰਦਾ ਸੱਚੇ, ਆਪਾਂ ਅੰਗਰੇਜ਼ ਦੀ ਗੱਲ ਹੈਗੀ ਹੈ, ਉਹ ਮੈਂ ਪੰਜਾਬੀ ਦੱਸਿਆ। ਉਹ ਕਹਿੰਦਾ ਜੀ ਉਹ ਮੈਂ ਪਰਮਾਤਮਾ ਨੂੰ ਕਹਿਣਾ ਵੀ ਕਰਪਸ਼ਨ ਹੋਰ ਜ਼ਿਆਦਾ ਹੋ ਜਾਏ। ਉਹ ਕਹਿੰਦਾ ਤੂੰ ਭਲਿਆ ਮਾਨਸ ਇਹ ਕੀ ਮੰਗ ਰਿਹਾ? ਕਹਿੰਦਾ ਮੈਂ ਤਾਂ ਮੰਗ ਰਿਹਾ ਕਿ ਇਸ ਵੇਲੇ ਕਰਪਟ ਕਰਨ ਵਾਲੇ ਕੁਝ ਬੰਦੇ ਨੇ ਤੇ ਜਿਨ੍ਹਾਂ ਦੀ ਕਰਪਸ਼ਨ ਹੋ ਜਾਂਦੀ ਉਹ ਵਿਕਟਮ ਨੇ। ਜਦੋਂ ਕਰਪਸ਼ਨ ਇੰਨੀ ਵੱਧ ਗਈ ਥਾਂ ਥਾਂ ਤੇ, ਕਰਪਸ਼ਨ ਕਰਨ ਵਾਲਾ ਵੀ ਵਿਕਟਮ ਬਣ ਜਾਏ, ਉਹ ਵੀ ਵਿਕਟਮ ਬਣ ਜਾਏ, ਫਿਰ ਸੋਚਣਗੇ ਯਾਰ ਉਹ ਛੱਡ ਹੋਏ ਕੀ ਕਰੀਏ। ਤਾਂ ਪੰਜਾਬੀ ਦਾ ਮੁਹਾਵਰਾ ਕਿ ਮੱਛੀ ਪਰਲਾ ਪਤਨ ਚੱਟ ਕੇ ਮੁੜਦੀ ਹੈ। ਅਸੀਂ ਉਸ ਪਰਲੇ ਪਤਨ ਤੇ ਪਹੁੰਚ ਚੁੱਕੇ ਹਾਂ। ਤੁਸੀਂ ਹੋਰ ਕੀ ਚੱਟ ਲਓਗੇ? ਤੁਹਾਨੂੰ ਇਹਨਾਂ ਨੇ ਚੱਕ ਕੇ ਤੁਹਾਡੇ ਪਾਣੀ ਚ ਬਾਹਰ ਮਾਰਨਾ ਤੇ ਤੜਫ ਕੇ ਮਰ ਜਾਓਗੇ। ਹੋਸ਼ ਕਰੋ। ਤੁਸੀਂ ਅੱਜ ਇੱਕ 4 ਰੁਪਏ ਦੀ ਨੌਕਰੀ ਲੈਣ ਲਈ ਇਹਨਾਂ ਦੀ ਲਾਲਾਂ ਚੱਟੀ ਜਾਂਦੇ ਹੋ। ਇਹਨਾਂ ਨੂੰ ਮੂੰਹ ਦਿਖਾਓ। ਕਿਸੇ ਪਿੰਡ ਚ ਮੈਂ ਦੇਖਿਆ ਲੇਡੀਜ਼ ਨੇ ਇਕੱਠੀਆਂ ਹੋ ਕੇ MLA ਦੇ ਮੰਗਰ ਪੈ ਗਈਆਂ, ਠੇਕਾ ਖਿਲਾਉਣ ਆਇਆ ਤੇ ਭੱਜੇ ਤੂੰ ਸਰ, ਉਹਦੇ ਮੰਗਰ ਪੈ ਗਈਆਂ ਡਾਂਗਾ ਲੈ ਕੇ ਭੱਜ ਗਿਆ ਉੱਥੋਂ। ਇਹਨਾਂ ਨੇ ਠੇਕੇ, ਮੈਂ ਅੰਮ੍ਰਿਤਧਾਰੀ ਬੰਦਾ ਦੇਖਿਆ ਹੈਗਾ, ਉਹ ਠੇਕੇ ਤੇ ਕਿਨੇ ਬੋਲੀ ਦੇ ਰਿਹਾ, ਪੈਸਾ ਬੜਾ ਹੋ ਗਿਆ, ਸ਼ਰਮ ਆਉਂਦੀ ਤੈਨੂੰ ਯਾਰ। ਔਰ ਕਈ ਬੰਦੇ ਜਿਹੜੇ ਕਹਿੰਦੇ ਨੇ ਆਹ ਦੇਖੋ ਜੀ ਅੰਮ੍ਰਿਤਧਾਰੀ ਫੋਟੋ ਦੇ ਕਿੰਨੇ ਝੂਠ ਤਪਾਨ ਬੋਲਦੇ ਨੇ, ਅਸੀਂ ਇਹ ਕਰੀਏ, ਸ਼ਰਮ ਨਾਲ ਕੋਈ ਇਹ ਤੋਂ ਚੰਗੇ ਆ ਭਾਈਆ। ਜੇ ਲੱਖ ਗਿੱਦੜ, 1000 ਗਿੱਦੜ ਵੀ ਸ਼ੇਰ ਦੀ ਖਲ ਪਾ ਕੇ ਤੁਰਿਆ ਫਿਰੇ, ਮੈਂ ਸ਼ੇਰ ਹਾਂ, ਉਹਦੇ ਨਾਲ ਸ਼ੇਰਤਾ ਚ ਫਰਕ ਨਹੀਂ ਪੈਂਦਾਗਾ। ਸ਼ੇਰ ਹੀ ਰਹਿੰਦਾ, ਸਿੰਘ ਹੀ ਰਹਿੰਦਾ। ਤੇ ਉਹਨਾਂ ਦੀ ਗਲਤੀ ਦੇਖ ਕੇ ਆਪਣੇ ਆਪ ਨੂੰ ਜਸਟੀਫਾਈ ਨਾ ਕਰੋ। ਗੁਰੂ ਸਾਹਿਬ ਦੀ ਕਹਿਣਾ ਪੜੋ। ਇੱਥੇ ਕਲਗੀਧਰ ਪਾਤਸ਼ਾਹ ਜਿਹੜੇ ਤੁਹਾਡੇ ਏਡੇ ਬਾਪੂ ਨੇ, ਉਹਨਾਂ ਦਾ ਢਿੱਡ ਬਲਦਾ ਓਏ, ਤੁਸੀਂ ਤੁਹਾਨੂੰ ਪੁੱਤ ਬਣਾਇਆ, ਉੱਠੋ ਓਏ ਉੱਠੋ। ਕਲਗੀਧਰ ਪਾਤਸ਼ਾਹ ਤਾਂ ਐਸੇ ਨੇ, ਉਹ ਤਾਂ ਵਾਰੇ ਜਾਣਗੇ ਤੁਹਾਡੇ ਤੋਂ। ਇੱਕ ਵਾਰ ਦੇਖਿਓ ਸੀ ਕੁੜ ਕੇ, ਜਿਨ੍ਹਾਂ ਨੇ ਮਹਾਰੰਕ ਅਦੀਨ ਸਦਾਈ ਯੋਧਾ ਬਣੇ ਨੇ ਮਿਟੇ ਕਦਾਈ। ਏਡੇ ਗਿਰੇ ਬੰਦੇ, ਜ਼ਮੀਰ ਤੋਂ ਗਿਰੇ ਬੰਦੇ, ਸਾਰੇ ਬੰਦੇ ਬਿਲਕੁਲ ਰੂਲੇ ਬੰਦੇ, ਜਿਨ੍ਹਾਂ ਨੂੰ ਕਿ ਮੁਗਲ ਕਹਿੰਦਾ ਸੀ ਲੈ ਅੱਗੇ ਹੱਥ ਕੱਢ ਚੁੱਕਣਾ, ਜਾਂ ਕਿ ਮੇਰੀ ਕੁੜੀ ਲੈ ਜਾ ਮੈਨੂੰ ਛੱਡੇ, ਏਡੇ ਗਿਰੇ ਸੀ। ਉਹਨਾਂ ਨੂੰ ਚੱਕ ਕੇ ਯੋਧੇ ਬਣਾਤੇ। ਐਸਾ ਵਿਰਸਾ ਹੈ ਤੁਹਾਡੇ ਕੋਲੇ। ਇੱਥੇ ਕਲਗੀਧਰ ਦੇ ਕੋੜਾਂ ਦੀ ਸਾਪ ਲੱਗੀ। ਇੱਥੇ ਇਸ ਜ਼ਮੀਨ ਤੇ ਕੀ ਨਹੀਂ ਹੋਇਆ? ਏਡੀ ਸਰਸਬਜ਼ ਜ਼ਮੀਨ, ਇੰਨੀ ਕਮਾਲ ਦੀ ਸਾਡੀ ਹੈਰੀਟੇਜ, ਇੰਨਾ ਵਿਰਸਾ, ਤੇ ਅਸੀਂ ਗਵਾਈ ਜਾ ਰਹੇ ਹਾਂ। ਬਣ ਗਿਆ ਪਖੇਰੀ ਜੋ ਜਿਸਮ ਕਰੀ। ਅੱਜ ਸਾਨੂੰ ਪਰਚਾ ਅੱਜ ਉਹ ਹੋ ਜਾਊਗਾ, ਉਹ ਹੋ ਜਾਊਗਾ। ਤੁਸੀਂ ਚੁੱਪ ਕਰਕੇ ਜੇ ਕਿਤੇ ਖੜੇ ਹੋ ਨਾ ਇੱਕ ਵਾਰ ਐਸੇ ਦਿਆਨਤਦਾਰ ਕਿਵੇਂ ਨਾ ਕਿਵੇਂ ਕਰਕੇ, ਚਾਹੇ ਮੈਨੂੰ ਪਤਾ ਤੀਜੀ ਪਾਰਟੀ ਹੈ ਕਿ ਨਹੀਂ ਪਾਰਟੀ, ਜੇ ਦਿਆਨਤਦਾਰ ਬੰਦੇ ਪੁਲਿਸ ਖੜੇ ਹੋ ਨਾ, ਉਹ ਉੱਥੇ ਖੜ ਕੇ ਨਾ ਉਹਨਾਂ ਨੇ ਸਾਰੀ ਚੀਜ਼ ਸਾਫ਼ ਕਰ ਦੇਣੀ ਹੈ। ਜੇ ਤੁਸੀਂ ਕਹੋਗੇ ਜੀ ਇੱਕ ਪੈਰ ਪਰ ਤੇ ਲੜੋਗੇ, ਤੁਹਾਡੇ 10 ਘੰਟੇ ਖਸੇ ਹੋਏ, ਤੁਸੀਂ ਕੀ ਕਰੋ? ਜੇ ਤੁਸੀਂ ਕਿਹਾ ਬੰਦਾ ਵਿਚਾਰਾ ਮਰ ਰਿਹਾ ਅੱਜ, ਉਹ ਕੀ ਕਰੇ, ਕਿੱਥੇ ਜਾਵੇ? ਇਸ ਕਰਕੇ ਉਹਨੂੰ ਡਰਾਂ ਚੋਂ ਕੱਢੀਏ ਕਿਵੇਂ? ਦੇਖੋ ਤੁਸੀਂ ਸਿਆਣੇ ਬੰਦੇ ਹੋ, ਤੁਸੀਂ ਮੈਨੂੰ ਜਿਸ ਤਰੀਕੇ ਨਾਲ ਆਫ ਦਾ ਰਿਕਾਰਡ ਇਹ ਗੱਲਾਂ ਦੱਸੀਆਂ ਸੀਗੀਆਂ, ਜਿਸ ਤਰ੍ਹਾਂ ਦੇ ਤੁਸੀਂ ਸੋਲੂਸ਼ਨ ਦੱਸੇ ਆ ਕਿ ਇਹਨਾਂ ਸਾਰੀਆਂ ਮੁਸ਼ਕਲਾਂ ਤੋਂ ਪਾਰ ਪਾਇਆ ਜਾ ਸਕਦਾ, ਨਜਾਤ ਦਵਾਈ ਜਾ ਸਕਦੀ, ਆਰਥਿਕਤਾ ਹੋਵੇ, ਖੇਤੀ ਹੋਵੇ, ਸਾਰੇ ਤੁਸੀਂ ਹੱਲ ਤੁਹਾਡੇ ਕੋਲ, ਤੁਸੀਂ ਦੱਸ ਦਿਓ ਆਪਣੀ ਸਮਰੱਥਾ ਅਨੁਸਾਰ। ਲੇਕਿਨ ਜਿਹੜਾ ਡਰ ਆ ਇਹ ਮਨਾਂ ਚੋਂ ਕਿਵੇਂ ਕੱਢੀਏ, ਜਿਹੜਾ ਦਹਾਕਿਆਂ ਤੋਂ ਫਸ ਗਿਆ? ਓਵਰਨਾਈਟ ਤਾਂ ਹੋ ਨਹੀਂ ਸਕਿਆ, ਬਿਲਕੁਲ ਠੀਕ ਗੱਲ ਕਹੀ ਹੈ। ਇਟ ਗੋਇੰ ਟੇਕ ਟਾਈਮ। 2 ਸਾਲ ਰਹਿੰਦੇ ਫਸਟ ਇਲੈਕਸ਼ਨ ਆਉਣ ਨੂੰ। ਓਕੇ, ਹੁਣ ਮੈਂ ਨਹੀਂ ਚਾਹੁੰਦਾ ਜਿਵੇਂ ਆਮ ਆਦਮੀ ਗਲਤੀ ਕੀਤੀ, ਤੁਸੀਂ ਆਪ ਗਲਤੀ ਕਰਕੇ ਬਹਿ ਜਾਓ। ਸਿਰਫ ਉਹ ਬੰਦੇ ਲੈ ਕੇ ਆਓ ਜਿਹਦਾ ਟਰੈਕ ਰੈਕਡ ਆਨੈਸਟ ਹੈ, ਦਿਆਨਤਦਾਰ ਨੇ, ਬੇਸ਼ੱਕ ਜ਼ਿਮੀਂਦਾਰ ਹੀ ਖੜੇ ਹੋਏ ਨੇ, ਜਿਹਨੂੰ ਕੋਈ ਹੈ, ਉਹ ਅੱਗੇ ਲਿਆਓ। ਉਹ ਜੋ ਨਹੀਂ ਮੇਰੇ ਕੋਲ ਡਿਗਰੀਆਂ ਹੋਣ ਜੋ ਕਰਕੇ ਤੁਸੀਂ ਇਹਨਾਂ ਨੂੰ ਕੰਪੇਨ ਜਿਹੜੀਆਂ ਕਰਨਾ ਪੈਣਾ ਤੁਹਾਨੂੰ। ਕਰਨ ਦੇ ਵਿੱਚ ਇਹ ਹੋਣਾ ਨਾ, ਕਿਉਂਕਿ ਜਦੋਂ ਤੁਸੀਂ ਕੰਪੇਨ ਸ਼ੁਰੂ ਹੁੰਦਾ ਹੈ, ਜਦੋਂ ਦੇਖਿਆ ਵੀ ਇਹ ਪਾਰਟੀ ਹੈਗੀ ਹੈ ਤੇ ਜਿਹੜੇ ਬੰਦੇ ਨੂੰ ਥੋੜੀ ਲਾਲਸਾ ਹੁੰਦੀ, ਮੈਨੂੰ ਰਾਜਸੀ ਚੀਜ਼ ਮਿਲ ਜਾਏਗੀ, ਉਹ ਮਿਲ ਜਾਏਗੀ, ਉਹ ਅੱਗੇ ਆ ਕੇ ਤੇ ਰਾਜਸੀ ਵੰਡ ਖਾਤਰ ਆਵੇ ਦੀ ਟਸਲ ਸ਼ੁਰੂ ਹੋ ਜਾਂਦੀ ਹੈ, ਤੇ ਉਹ ਪਾਰਟੀ ਵੀ ਡਿੱਗ ਪਈ। ਐਸੇ ਇਨਸਾਨ ਤੁਹਾਨੂੰ ਖੜੇ ਕਰਨੇ ਪੈਣੇ ਨੇ, ਇਹਨਾਂ ਦੇ ਮੰਗ ਲੈਣਾ ਪੈਣਾ, ਜਿਨ੍ਹਾਂ ਨੂੰ ਇਸ ਦੀ ਕੋਈ ਲਾਲਚ, ਬਲਕਿ ਕੋਈ ਇਹ ਕਹਿਣ ਜਿਹੜੇ ਲੈਕਚਰ ਦੇਣ ਜਾਂ ਕਰ ਜਾਣ ਕਿ ਮੈਂ ਇਲੈਕਸ਼ਨ ਨਹੀਂ ਲੜਨਾ। ਆਹ ਮੇਰੀ ਪਹਿਲੀ ਕਸਮ ਹੈ,
ਮੈਂ ਸਿਰਫ ਇੱਕ ਦਰਦ ਰੱਖਦਾ, ਤੁਹਾਡੇ ਨਾਲ ਦਰਦ ਵਟਾ ਰਿਹਾ ਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾਂਗਾ, ਮੁੜ ਪਿੜ ਕੇ ਉਹੀ ਗਲਤੀਆਂ ਨਾ ਕਰੀ ਜਾਓ, ਕਿਉਂਕਿ ਜਦੋਂ ਕਦੇ ਵੀ ਕੋਈ ਵੀ ਤੀਜਾ ਚੌਥਾ ਬਦਲ ਖੜਾ ਕਰ ਲਓਗੇ ਤੇ ਜੇ ਉਹਦੇ ਵਿੱਚ ਮੌਕਾ ਪ੍ਰਸਤ ਬੰਦੇ ਆ ਗਏ, ਉਹ ਪਹਿਲਾਂ ਤਾਂ ਲੱਗਣਗੇ ਵੀ ਬੜੀ ਕਮਾਲ ਹੋ ਗਈ, ਕਮਾਲ ਹੋ ਗਈ। ਜਿਵੇਂ ਜਿਵੇਂ ਇਹ ਤੁਹਾਡੀ ਸਟਰੈਂਥ ਵਧੂਗੀ, ਤਾਕਤ ਵਧੂਗੀ ਪਾਰਟੀ ਦੀ, ਲੱਗਦਾ ਕੋਲ ਬਣ ਰਿਹਾ, ਉਦੋਂ ਜਿਵੇਂ ਕਹਿੰਦੇ ਚੜ੍ਹਦੇ ਸੂਰਜ ਸਾਰੇ ਸਲਾਮਾਂ ਪੁੱਛ ਭੱਜਣਗੇ, ਫਿਰ ਮੈਨੂੰ ਇਹ ਮਿਲ ਜੇ, ਫਿਰ ਮੂੰਹ ਮਿਲ ਜੇ, ਉਹ ਮਿਲ ਜੇ, ਫਿਰ ਛਿੱਤਰੀ ਡਾਲ ਵੰਡੀ ਜਾਊਗੀ, ਕੱਲ ਪਲ ਨਹੀਂ ਪੈਣਾ। ਸਿਰਫ ਉਹ ਬੰਦੇ ਖੜੇ ਕਰੋ ਜਿਹੜੇ ਪਹਿਲਾਂ ਇਹ ਵਾਅਦਾ ਕਰਨ ਕਿ ਅਸੀਂ ਇਲੈਕਸ਼ਨ ਦੇ ਵਿੱਚ ਕੋਈ ਇਲੈਕਸ਼ਨ ਨਹੀਂ ਲੜਨਾ, ਅਸੀਂ ਸਿਰਫ ਤੁਹਾਡਾ ਦਰਦ ਬਣਾ ਖੜੇ ਹੋਏ ਹਾਂ। ਆਹ ਹੈਗੇ ਅੰਕੜੇ। ਤੁਸੀਂ ਜੇ ਇਹਨਾਂ ਨੂੰ ਹੋਸ਼ ਨਾ ਕੀਤੀ, ਤੁਸੀਂ ਜਮਾ ਹੀ ਮਰ ਜਾਓ। ਔਰ ਸੋਸ਼ਲ ਪ੍ਰੈਸ਼ਰ ਵੀ ਸਾਡੇ ਤੇ ਦੱਸਣਾ ਪੈਣਾ। ਇੱਕ ਬੰਦੇ ਨੇ ਕਿਹਾ, ਮੈਂ ਆਪ ਯਾਦ ਹੈ, ਤਹਿਸੀਲਦਾਰ ਦੇ ਬਜ਼ੁਰਗ ਗਿਆ ਤੇ ਉਹਦਾ ਟਰੈਕਟਰ ਵੱਡਾ ਲਿਆ ਸੀ, ਬਹੁਤ ਵੱਡਾ, ਤੇ ਉਹ ਦੇ ਨਹੀਂ ਗਿਆ ਤੇ ਉੱਤੀ ਪਈ ਜੀ। ਮੁੰਡਾ ਕਹੇ ਜੇ ਬਜ਼ੁਰਗੋ ਬੜੇ ਸਿਆਣੇ ਲੱਗਦੇ ਹੋ ਤੇ ਤੁਹਾਨੂੰ 2-3 ਏਕੜ ਤੁਹਾਡੀ ਜ਼ਮੀਨ ਦਾ ਟਰੈਕਟਰ ਏਡਾ ਵੱਡਾ ਖਰੀਦ ਕੇ ਬਹਿ ਗਏ, ਤੁਹਾਨੂੰ ਸਮਝ ਆਉਣੀ ਚਾਹੀਦੀ ਸੀ। ਉਹ ਬਜ਼ੁਰਗ ਨੀਵੇਂ ਪਾ ਕੇ ਸੁਣਦਾ ਰਿਹਾ। ਅਖੀਰ ਉਹ ਤੋਂ ਫਿਰ ਨੇ ਬੋਲਿਆ ਕਿ ਨੌਜਵਾਨ ਦੁਰ, ਮੈਂ ਐਡਾ ਬੇਵਕੂਫ ਨਹੀਂ ਹਾਂ ਜਿਵੇਂ ਤੂੰ ਮੈਨੂੰ ਸਮਝ ਰਿਹਾ। ਮੇਰੀ ਕੁੜੀ ਦਾ ਵਿਆਹ ਨਹੀਂ ਹੁੰਦਾ ਸੀ, ਮੈਨੂੰ ਘਰ ਦੇ ਬਾਹਰ ਇਹ ਟਰੈਕਟਰ ਖੜਾ ਕਰਕੇ ਹੋਰ ਕਰਕੇ ਇਹ ਡੰਬਰ ਰਚਣਾ ਪਿਆ ਤਾਂ ਜੋ ਉਹਦਾ ਸਾਥ ਹੋ ਜਾਏ। ਇਹ ਸਾਡੇ ਆਪਣੇ ਬੰਦਿਆਂ 'ਚ ਵੀ ਗਲਤੀ ਹੈ। ਮੈਂ ਇਹ ਚਾਹੁੰਦਾ ਕਿ ਇਹ ਵੀ ਅੱਗੇ ਲਿਆਂਦਾ ਜਾਵੇ। ਕੱਲੀ ਇਹ ਨਹੀਂ ਕਿ ਪੋਲੀਟੀਸ਼ੀਅਨ ਤੁਹਾਨੂੰ ਫਲਾਣੇ ਖਾ ਗਿਆ ਤੇ ਉਹ ਕੁਰਸੀ ਖਾ ਗਿਆ, ਉਹ ਖਾ ਗਿਆ। ਤੁਸੀਂ ਆਪ ਵੀ ਉੱਠੋ, ਤੁਸੀਂ ਪੰਚਾਇਤੀ ਇਲੈਕਸ਼ਨ ਦੇ ਵਿੱਚੋਂ ਕੱਢੋ ਆਪਣੇ ਆਪ ਨੂੰ। ਇਹ ਵੀ ਤੁਹਾਨੂੰ ਮਾਰਨ ਲਈ ਬਣਾਇਆ ਗਿਆ। ਇੱਕ ਘਰ ਦੇ ਵਿੱਚ ਅੱਜ ਅਕਾਲੀ ਹੈ, ਇੱਕ ਕਾਂਗਰਸ ਹੈ, ਨਾ ਉਹ ਭਰਪਾ ਜਾਂ ਨਾ ਉਹ ਵਰਮ ਫਰੀ। ਅੱਗੇ ਹੀ ਹੁੰਦਾ ਸੀਗਾ ਕਿ ਕਿਸੇ ਵੀ ਪਿੰਡ 'ਚ 10-15 ਬਜ਼ੁਰਗ ਹੁੰਦੇ ਸੀ, ਪਰ 4-5 ਵਰਿਆਂ ਦੀ ਸਾਦਗੀ, ਵਰਿਆਂ ਦੀ ਸੱਚਾਈ ਕਰਕੇ ਵੈਸੇ ਟਿਕੇ ਜਾਂਦੇ ਸੀ। ਦੋ ਨੂੰਹਾਂ ਜਨ ਲੜਦੇ ਸੀਗੇ, ਉਹਨਾਂ ਕੋਲ ਜਦੋਂ ਬਾਬੇ ਫੈਸਲਾ ਕਰੋ, ਇਹਦੀ ਗੱਲ ਸੁਣ ਕੇ ਇਹਦੀ ਗੱਲ ਸੁਣ ਕੇ ਬਚੋ ਜੱਫੀ ਪਾ ਦੀ ਗੱਲ ਮੁੱਕੀ। ਹੁਣ ਜਦੋਂ ਦੇ ਇਲੈਕਸ਼ਨ ਸ਼ੁਰੂ ਹੋਏ, ਉਹਦੇ ਨਾਲ 3 ਗੱਲਾਂ ਆ ਪਈਆਂ। ਇੱਕ ਤਾਂ ਧੜੇਬੰਦੀ ਹੋ ਗਈ, ਦੂਜਾ ਜਿਹੜਾ ਹਾਰਦਾ ਉਹ ਖੁੰਦਕ ਰੱਖਦਾ, ਤੀਜਾ ਕਿਸੇ ਦੀ ਕੋਈ ਪੁਰਾਣੀ ਗੱਲ ਉਚੇੜ ਕੇ ਬਹਿ ਜਾਂਦੇ ਨੇ, ਉਹ ਤੁਹਾਡੀ ਦਾਦੀ ਦਾ ਪੈਸੇ ਦੇ ਕੇ ਲਿਆਏ ਸੀਗੇ, ਉਹ ਉਛਾਲ ਦੇ ਗੱਲ ਨੂੰ। ਇਹ 3 ਗੱਲਾਂ ਨੇ ਸਾਡੇ ਫੰਡਾਮੈਂਟਲ ਪੰਜਾਬ ਦੇ ਹਰ ਘਰ ਹਰ ਜਗ੍ਹਾ ਤੇ ਉਹ ਜ਼ਹਿਰ ਖੋਲ ਦਿੱਤਾ। ਪੰਚਾਇਤੀ ਇਲੈਕਸ਼ਨ ਦੇ ਨੇ, ਮੈਂ ਫਿਰ ਰਿਪੀਟ ਕਰਦਾ, ਧੜੇਬੰਦੀ ਕ੍ਰੀਏਟ ਕਰਤੀ। ਦੂਜਾ ਜਿਹੜਾ ਹਾਰਦਾ ਉਹ ਹਾਰ ਨਹੀਂ ਮੰਨਦਾ, ਅੰਦਰ ਖੁੰਦਕ ਰੱਖਦਾ ਪੂਰੀ। ਤੀਜਾ ਏਡੀਆਂ ਏਡੀਆਂ ਅਫਵਾਹਾਂ ਜਿਹੜੀਆਂ ਪੁਰਾਣੀਆਂ ਉਹ ਇੰਨੀਆਂ ਉਛਾਲ ਕੇ ਪੈਂਦੇ ਨੇ ਇੱਕ ਦੂਜੇ ਨੂੰ, ਉਹ ਫਿਰ ਜਾਂਦੇ ਵੀ ਕਰ ਦਿੱਤਾ। ਕੋਈ ਜ਼ਮਾਨਾ ਸੀ, ਆ ਮੇਰਾ ਤਾਇਆ ਹੈ, ਬਾਪੂ ਹੈ, ਜੱਦਾ, ਉਹ ਖਤਮ ਹੋਈ ਗੱਲ। ਮੈਂ ਉੱਠੀ ਪਾਈ ਪਿੰਡ 'ਚ 2002 'ਚ। ਮੈਨੂੰ ਹਰ ਇੱਕ ਮੇਰੇ ਸਾਰੇ ਨੇ ਕਿਹਾ ਤੂੰ ਕਿੰਨੀ ਬੇਵਕੂਫੀ ਕਰ ਰਿਹਾ। ਜਿੰਨੇ ਪੜ੍ਹੇ ਲਿਖੇ ਸਾਰੇ ਕਹਿੰਦੇ ਬੇਵਕੂਫੀ ਕਰਦੇ ਆ। ਮੈਂ ਕਿਹਾ ਗੱਲ ਸੁਣੋ, ਮੈਂ ਪ੍ਰੋਫੈਸਰ ਹਾਂ, ਮੈਨੂੰ ਸਬੈਟੀਕਲ ਮਿਲਦੀ ਹੈ 6 ਮਹੀਨੇ ਕਿਤੇ ਸਾਲ ਦੀ। ਮੈਂ ਆ ਕੇ ਦਿਨ ਕੱਟੇ, ਮੈਂ ਚੰਡੀਗੜ੍ਹ ਬਹਿ ਕੇ ਉਹੋ ਜਿਹਾ ਮੈਂ ਅਮਰੀਕਾ ਬੈਠਾ, ਮੈਂ ਤਾਂ ਪਿੰਡ 'ਚ ਬਹਿਣਾ, ਆ ਕੇ ਬੈਠਾ, ਮੈਂ ਇਹਨਾਂ ਦਰਦ ਬਣਾਉਣਾ, ਇਹਨਾਂ ਨਾਲ ਬੈਠਣਾ, ਇਹਨਾਂ ਨਾਲ ਕਰਨਾ। ਮੈਂ ਬੈਠਾ ਤੇ ਮੈਨੂੰ 4 ਮਹੀਨੇ ਦੇਖਿਆ, ਉਹ ਸਾਰੀਆਂ ਚੀਜ਼ਾਂ ਅੰਦਰੋਂ ਦੇਖੀਆਂ ਨਾ। ਮੈਂ ਕਿਹਾ ਯਾਰ ਆਹ ਮੇਰਾ ਪਿੰਡ ਤੇ ਆਹ ਹਾਲ ਹੋ ਗਿਆ ਦਾ। ਕੋਈ ਸੱਥ 'ਚ ਬਹਿੰਦਾ ਨਹੀਂ, ਸੁੰਨੀ ਸੱਥ ਪਈ ਹੈ। ਤਖਤ ਪੋਸ਼ੀ ਜਿੱਥੇ ਇੰਨੇ ਬੰਦੇ ਬਹਿੰਦੇ ਸੀ ਉਹ ਖਾਲੀ ਪਿਆ। ਇਹ ਉਹਨਾਂ ਨੂੰ ਸਮਝਾਓ ਕਿ ਤੁਸੀਂ ਕਿੱਥੇ ਸੀ। 1-2 ਫਸਲਾਂ ਹੁੰਦੀਆਂ ਸੀਗੀਆਂ, ਲੱਗ ਹੀ ਸੀਗੇ, ਉਹਨੂੰ ਇੱਕ ਵੀ ਓੜਾ ਨਹੀਂ ਹੁੰਦਾ ਸੀਗਾ ਕਰਨ ਲਈ ਸੀ। ਕਦੇ ਖੁਦਕੁਸ਼ੀ ਕੀਤੀ ਉਹਨੇ ਕਿਸੇ ਨੇ? ਤੁਸੀਂ ਖੁਦਕੁਸ਼ੀ ਕਰੀ ਨਾ, ਤੁਸੀਂ 2 ਏਕੜ ਦੇ ਵਿੱਚ ਵੀ ਅਮੀਰ ਹੋ ਸਕਦੇ ਹੋ। ਤੁਸੀਂ ਘੱਟ ਤੋਂ ਘੱਟ ਇਹ 20 ਲਿਆਓ, ਇਹ ਕਰੋ। ਇੱਕ ਬੜੇ ਤਰੀਕੇ ਨੇ ਉਹਨਾਂ 'ਚ ਕਰਨ ਦੇ, ਉਧਰ ਕਰੋ, ਨਾ ਕਿ ਲਾਈ ਲੱਗ ਲਗੋ। ਹਾਂ ਜੀ ਅਸੀਂ ਉਹੀ ਕਰਨਾ। ਤੁਸੀਂ ਜਿਹੜਾ ਨਾ ਲਾਈ ਲੱਗਪਣਾ, ਆਵੀ ਦੀ ਈਰਖਾ ਸਰੀਕਾ ਪਿੰਡ ਦੇ ਵਿੱਚ ਉਹ ਕੱਢੋ, ਮੁੜ ਕੇ ਫੇਰ ਘਰ ਨੂੰ ਮੁੜੋ। ਸ਼ਹਿਰਾਂ ਨੂੰ ਨਾ ਭੱਜੋ, ਉਹ ਨਾ ਭੱਜੋ। ਦੇਖੋ ਆਵੀ ਦੀ ਮੈਂ ਥੋੜਾ ਜਿਹਾ ਇੱਕ ਰਸਮੀ ਦੱਸ ਦਿਆਂ ਕਿ ਦੋਸਤੋ, ਸਰਦਾਰ ਸੁਖਮਿੰਦਰ ਸਿੰਘ ਅਮਰੀਕਾ ਦੇ ਸਟੇਟ ਜਿਹੜਾ ਕੈਲੀਫੋਰਨੀਆ, ਉਹਦੀ ਸੈਂਟਾ ਕਲਾਰਾ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ, ਡਾਕਟਰ ਨੇ, ਔਰ PhD, ਡਾਕਟਰ ਤੋਂ ਭਾਵ ਕਿਤਾਬਾਂ ਦੇ ਡਾਕਟਰ, PhD ਕੀਤੀ ਇਹਨਾਂ ਨੇ। ਇਸ ਤੋਂ ਇਲਾਵਾ ਇਹਨਾਂ ਨੇ ਉੱਥੇ ਖੇਤੀ ਕੀਤੀ ਹੈ, ਇਹਨਾਂ ਕੋਲ ਬਦਾਮਾਂ ਦੇ ਬਾਗ ਨੇ। ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ 2002 ਦੇ ਵਿੱਚ ਕਿੰਨੂਆਂ ਦਾ 3 ਏਕੜ ਦੇ ਵਿੱਚ ਬਾਗ ਲਾਉਂਦੇ ਆ ਤੇ ਵਿੱਚ ਘਰ ਬਣਾਉਂਦੇ ਆ। ਸੋ ਇਹ ਇਹਨਾਂ ਦੀਆਂ ਜੜ੍ਹਾਂ ਖੇਤ ਨਾਲ ਜੁੜੀਆਂ ਨੇ। ਇਹਨਾਂ ਦਾ ਸਿਰ ਅਸਮਾਨ ਨੂੰ ਲੱਗਦਾ ਕਿਉਂਕਿ ਇਹਨਾਂ ਨੇ ਫਿਲਾਸਫੀ ਤੋਂ ਲੈ ਕੇ ਪ੍ਰੈਕਟੀਕਲ ਵਿਹਾਰਕ ਸਟੱਡੀ ਵੀ ਕੀਤੀ ਹੈ ਤੇ ਹਰ ਦਿਨ ਘੰਟਿਆਂ ਬੱਧੀ ਇਸ ਸਾਰੀ ਕਿਰਤ ਨਾਲ ਜੁੜੇ ਆ, ਪੜ੍ਹਨ ਲਿਖਣ ਦੀ ਨਾ, ਜਿਹੜੀ ਸਾਨੂੰ ਗੁਰੂ ਨਾਨਕ ਸਾਹਿਬ ਦੇ ਕੇ ਗਏ ਆ। 2 ਤਰ੍ਹਾਂ ਦੀ ਕਿਰਤ ਆ, ਇਹ ਖੇਤ ਵਿੱਚ ਵੀ ਜਾਂਦੇ ਆ ਔਰ ਇਹ ਇਸ ਤਰੀਕੇ ਨਾਲ ਕਿਤਾਬ ਕਲਚਰ ਨਾਲ ਵੀ ਖੜੇ ਨੇ। ਸੋ ਮੈਂ ਸਭ ਤੋਂ ਵੱਡੀ ਜਿਹੜੀ ਗੱਲ ਮੈਨੂੰ ਲੱਗਦੀ ਆ, ਵਿਹਾਰਕ ਤਰੀਕੇ ਨਾਲ ਪੇਸ਼ ਆਉਂਦੇ। ਸੋ ਮੈਂ ਇੱਕ ਜਿਹੜਾ ਸਵਾਲ ਤੁਹਾਡੇ ਨਾਲ ਬਹੁਤ ਜ਼ਰੂਰੀ ਮੈਨੂੰ ਲੱਗਦਾ ਹੈ, ਜੇ ਕਿਧਰੇ ਪੰਜਾਬ ਨੂੰ ਇਸ ਵੇਲੇ ਐਡਰੈਸ ਕਰਨਾ ਹੋਵੇ ਤੇ ਸਭ ਤੋਂ ਵੱਡਾ ਮਸਲਾ ਖੜਾ ਹੋ ਗਿਆ ਇੱਥੋਂ ਬੱਚਿਆਂ ਦਾ ਮਾਈਗ੍ਰੇਟ ਕਰ ਜਾਣਾ।
ਮਾਈਗ੍ਰੇਸ਼ਨ ਇੰਨੇ ਤੇਜ਼ੀ ਨਾਲ ਵੱਧ ਰਹੀ ਆ, ਔਰ ਇਹਨੂੰ ਇਸ ਰੁਝਾਨ ਨੂੰ ਰੋਕੇ ਬਿਨਾ ਇੱਥੇ ਸੱਤਾ ਕਾਇਮ ਕਰਨੀ ਕਿਸੇ ਤੀਜੀ ਧਿਰ ਲਈ ਉਹਦਾ ਕੋਈ ਬੇਮਾਇਨੇ ਆ। ਜੇ ਤੁਹਾਡਾ ਅਸਲ ਬ੍ਰੇਨ ਹੀ ਨਾ ਰਿਹਾ, ਜੇ ਤੁਹਾਡੇ ਬੱਚੇ ਇਹਦੇ ਲਈ ਖੜਨ ਲਈ ਤਿਆਰ ਨਾ ਹੋਏ, ਸੋ ਇਹ ਸਾਰੀ ਪ੍ਰਕਿਰਿਆ, ਕਿਉਂਕਿ ਜਿਹੜੇ ਜਾ ਹੀ ਰਹੇ ਆ, ਇਹਨੂੰ ਠੱਲਿਆ ਕਿਵੇਂ ਜਾ ਸਕਦਾ, ਇਹਦੀ ਆਰਥਿਕਤਾ ਕਿਵੇਂ ਖੜੀ ਕੀਤੀ ਜਾ ਸਕਦੀ? ਓਕੇ, ਦੋ ਗੱਲਾਂ ਨੇ। ਇੱਕ ਗੱਲ ਤਾਂ ਪਹਿਲਾਂ ਤਾਂ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਏਜੰਟ ਨੇ ਜਿਹੜੇ ਮੁੰਡੇ ਬਾਹਰ ਘੱਲਦੇ ਨੇ। ਤੁਹਾਨੂੰ ਅੰਕੜੇ ਪਤਾ ਕਰੋ ਹਰਿਆਣੇ ਤੋਂ ਕਿ ਉੱਥੇ ਜਦੋਂ ਉਹ ਏਜੰਟਾਂ ਨੇ ਨੌਜਵਾਨਾਂ ਦੀ ਲਾਈਫ ਦੇ ਨਾਲ ਖਿਲਵਾੜ ਕੀਤਾ, ਕਈਆਂ ਨੂੰ ਰਸਤੇ ਰੋਕਤਾ, ਕੋਈ ਉੱਥੇ ਹੋ ਗਿਆ, ਹਰਿਆਣੀ ਗਵਰਨਮੈਂਟ ਨੇ ਤਕਰੀਬਨ 90% ਸਟੇਟਮੈਂਟ ਸਾਰੇ ਬੰਦ ਕਰਤੇ। ਪੰਜਾਬ ਦੇ ਵਿੱਚ ਇਸ ਵੇਲੇ 170 ਤੋਂ ਜ਼ਿਆਦਾ ਨੇ, ਔਰ ਕਿੰਨੇ ਕਰੋੜ ਰੁਪਈਆ ਪੰਜਾਬ ਦਾ ਉਹਨਾਂ ਦੇ ਬਾਹਰ ਜਾ ਰਿਹਾ, ਔਰ ਉਹ ਏਜੰਟ ਹਾਲੇ ਤੱਕ ਸਰਵਾਈਵ ਕਰ ਰਹੇ ਨੇ ਤੇ ਕੋਈ ਉਹਨੂੰ ਬੰਦ ਕਰਨ ਨੂੰ ਤਿਆਰ ਨਹੀਂ। ਉਹ ਦੱਸਿਆ ਨਾ, ਮਾਫੀਆ ਵਹਿ ਜਿਹੜਾ ਉਹ ਬੜਾ ਤਕੜਾ ਪਿਆ। ਇਹ ਹੁਣ ਪੰਜਾਬ 'ਚ ਤੇ ਹਜ਼ਾਰਾਂ ਦੀ ਗਿਣਤੀ 'ਚ ਹੋ ਗਿਆ। ਹਜ਼ਾਰਾਂ ਦੀ ਗਿਣਤੀ। ਤੁਹਾਡੀ ਗੱਲ ਵਿੱਚ ਦੇਖੋ, ਤੁਹਾਨੂੰ ਦੱਸਾਂ ਹੁਣ, ਇੱਥੇ ਕੈਨੇਡਾ ਦੇ ਵਿੱਚ ਉਹਨੂੰ ਬੰਦ ਹੋ ਰਿਹਾ ਉਹ ਚੀਜ਼, ਕਿਉਂਕਿ ਆਪਣੇ ਬੱਚਿਆਂ ਨੇ ਇੱਥੇ ਆ ਕੇ ਕਾਫੀ ਪੱਧਰ ਕੀਤਾ ਹੈਗਾ, ਔਰ ਇੱਥੇ ਆ ਕੇ ਉਹਨੂੰ ਦੱਸਣਾ ਪੈਣਾ ਇਹ ਵੀ ਕਿ ਇੱਕ ਤਾਂ ਸਾਡੇ ਬੰਦੇ ਕਸੂਰ ਜਿਹੜੇ ਡਾਇਸਪੋਰਾ ਜਾਂਦੇ ਨੇ, ਫੜੇ ਮਾਰਦੇ ਨੇ ਜੀ ਉੱਥੇ, ਬੜਾ ਜੀ ਚੰਗੀਆਂ ਸੋਹਣੀਆਂ ਕਮੀਜ਼ਾਂ ਕਰਕੇ, ਉਹ ਵੀ ਉਹ ਸਭ ਜਗ੍ਹਾ ਥੋੜ੍ਹੇ ਬੰਦ ਕਰੋ। ਔਰ ਇਹ ਵੀ ਦੱਸੋ ਕਿ ਇੱਥੇ ਇਸ ਵੇਲੇ ਅਸਲੀ ਦੇ ਵਿੱਚ ਇੱਥੇ ਵੀ ਇੰਨਾ ਕੰਮ ਮੁਸ਼ਕਿਲ ਹੋ ਗਿਆ ਆਵੇ ਦੀ। ਟਰੱਕਿੰਗ ਇੰਡਸਟਰੀ ਇੰਨੀ ਵੱਡੀ ਆ, ਆਪ ਦੀ ਆਪ ਨੂੰ ਮਾਰੀ ਜਾਂਦੇ ਆ, ਸਸਤੇ ਪਾ ਦੇ ਜਾਂਦੇ ਆ। ਉਹ ਹੁਣ ਟਰੱਕ ਵਾਲਾ ਬੰਦਾ ਕਹਿੰਦਾ ਯਾਰ ਆਪਣੇ ਬੰਦਿਆਂ ਨੇ ਆ ਕੇ ਸਾਨੂੰ ਵੀ ਬਰਬਾਦ ਕਰਤਾ, ਜਿਹੜੇ ਨਾ ਡੀਜ਼ਲ ਦਾ ਖਰਚਾ, ਰਿਪੇਅਰ ਦਾ ਖਰਚਾ, ਸਾਰਾ ਖਰਚਾ ਕੱਢ ਕੇ ਬਚਦਾ ਸਾਨੂੰ ਕੁਛ ਨਹੀਂ। ਇਸ ਕਰਕੇ ਇਦਾਂ ਹੀ ਕੈਨੇਡਾ 'ਚ ਇੰਨਾ ਹੀ ਇੱਥੇ ਹੈਗਾ। ਇਸ ਕਰਕੇ ਨਾ ਇਹ ਹਾਲਾਤ ਉਹਨਾਂ ਦੇ ਸਾਹਮਣੇ ਪੇਸ਼ ਕਰੋ ਕਿ ਉੱਥੇ ਜਾ ਕੇ ਵੀ ਤੁਹਾਡੀ ਖੈਰ ਨਹੀਂ ਹੈ, ਇੱਥੇ ਹਲੇ ਵੀ ਤੁਹਾਡਾ ਕੰਮ ਬਣ ਸਕਦਾ ਹੈ। ਔਰ ਇੱਕ ਹੋਰ ਗੱਲ ਹੈਗੀ ਆ, ਇਹ ਜਿਹੜੀ ਭੇਡ ਚਾਲ ਚੱਲੀ ਹੋਈ ਹੈ ਨਾ ਕਿ ਉੱਥੇ ਬਾਹਰ ਜਾਣ ਦੀ, ਇਹਨੂੰ ਰੋਕਣ ਦਾ ਇੰਨਾ ਸੌਖਾ ਤਰੀਕਾ ਨਹੀਂ ਹੈ ਇਸ ਵੇਲੇ। ਇਸ ਵੇਲੇ ਤਾਂ ਇਹ ਹੈਗਾ ਕਿ ਜਿੰਨਾ ਚਿਰ ਤੁਸੀਂ ਜੇ ਬਾਹਰ ਪੁਰਾਣੇ ਬੰਦੇ ਆਏ ਸੀ ਜਿਹੜੇ, ਉਹਨਾਂ ਨੇ ਹਿੱਕ ਜੋੜ ਕੇ ਕੰਮ ਕੀਤਾ, ਬੜਾ ਕੀਤਾ, ਉਦੋਂ ਬਾਅਦ ਉਹ ਕਾਮਯਾਬ ਹੋਏ। ਅੱਜ ਕੱਲ ਤੁਹਾਨੂੰ ਅੰਕੜੇ ਇਕੱਠੇ ਕਰਕੇ ਦਿਓ ਕਿ ਕਿੰਨੇ ਬੱਚੇ ਉੱਥੇ ਵੈਨਕੂਵਰ ਦੇ ਵਿੱਚ ਗੈਂਗ ਵਾਰ ਵਿੱਚ ਮਰ ਰਹੇ ਨੇ, ਉੱਥੇ ਸੁਸਾਈਡ ਕਰ ਰਹੇ ਨੇ, ਉੱਥੇ ਕੀ ਹਾਲ ਹੋਇਆ। ਇੱਥੇ ਅਮਰੀਕਾ ਦੇ ਵਿੱਚ ਤੁਹਾਨੂੰ ਦਿਖਾਵਾਂ, ਮੈਂ ਕੀ ਦੱਸਾਂ, ਇਸ ਵੇਲੇ ਮੈਕਸੀਕੋ ਜੇਲ੍ਹ 'ਚ ਇੱਕ ਨੂੰ 150 ਬੰਦਾ ਆਪਣਾ ਕੈਦ ਕਰਿਆ ਬੈਠਾ। ਸਿਆਟਲ ਦੇ ਵਿੱਚ ਕਿੰਨੇ ਬੰਦੇ ਆਪਣੇ ਜੇਲ੍ਹ 'ਚ ਬੈਠੇ ਰੋੜ ਰਹੇ ਨੇ, ਕਰ ਰਹੇ ਨੇ। ਹੁਣ ਕਹੋ ਪੜਿਓ ਮਾਨਸੋ, ਤੁਸੀਂ ਇੱਥੇ ਰਹੋ। ਔਰ ਹੁਣ ਇਸ ਵੇਲੇ ਤੁਹਾਨੂੰ ਪਤਾ ਜਿਵੇਂ ਅੱਜ ਕੱਲ੍ਹ ਕੋਰੋਨਾ ਵਾਇਰਸ ਕਰਕੇ ਬੜੇ ਬੰਦੇ ਬਾਹਰ ਆ ਰਹੇ ਨੇ, ਉਹ ਗੱਲ ਵੱਖਰੀ। ਅੱਜ ਕੱਲ੍ਹ ਵੈਸੇ ਹੀ ਮੁਸ਼ਕਿਲ ਹੋਇਆ ਪਿਆ ਜਾਣਾ। ਜਿਹੜੀ ਗੱਲ ਮੈਂ ਦੱਸਣ ਲੱਗਾ ਤੁਹਾਨੂੰ, ਮੈਂ ਮਾਫ ਕਰਨਾ, ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ ਨੇ। ਤੁਸੀਂ ਦੱਸੋ, ਗੁਰੂ ਨਾਨਕ ਪਾਤਸ਼ਾਹ ਜਿਹਦੇ ਸਮੇਂ ਸਭ ਝੁਕ ਗਿਆ ਸੀ, ਦਰਪਦ ਦੇਸ਼ ਨੂੰ ਮਾਰ ਕੇ ਮੱਕਾ ਨੌਕਣ ਮੇਦਨੀ ਚਿੱਤਰ ਚੁਰਾਇਆ, ਲੱਖ 84 ਮੇਦਨੀ ਚਿੱਤਰ ਗੁਪਤ ਲੋ ਚਰਨੀ ਪਾਇਆ, ਸਰ ਆਸ਼ਨਾ। ਤੁਸੀਂ ਨੋਟ ਕਰੋ ਭਾਈ ਗੁਰਦਾਸ ਦੀ ਗੱਲ ਤੋਂ, ਕਿਹੜਾ ਉਹ ਇਨਸਾਨ ਸੀ, ਰਾਜੇ ਮਹਾਰਾਜੇ ਸਰਕਾਰੇ ਸਭ ਗੁਰੂ ਦੀ ਚਰਨੀ ਪਏ ਸੀ। ਗੁਰੂ ਨਾਨਕ ਸਾਹਿਬ ਪਾਸੇ ਬਹਿ ਕੇ ਬਾਦਸ਼ਾਹ ਜ਼ਿੰਦਗੀ ਬਿਤਾ ਸਕਦੇ ਸੀ, ਨਹੀਂ, ਆ ਕੇ ਖੇਤੀ ਕੀਤੀ। ਇਸ ਗੱਲ ਨੇ ਮੇਰੀ ਮਦਰ ਨੇ ਮੈਨੂੰ ਕਿਹਾ ਸੀ, ਇੰਜੀਨੀਅਰਿੰਗ ਕਾਲਜ ਪੜ੍ਹਦਾ ਮੈਂ, ਆਪਣੀ ਨਿਕਲਣ ਕਰਨਾ, ਜਦੋਂ ਮਾਰਚ ਖਤਮ ਹੋਇਆ ਨਾ ਸਾਲ ਤੇ ਅਪ੍ਰੈਲ ਜਾਂਦੀ ਸੀਗੀ, ਘਰੇ ਆ ਕੇ ਮੈਂ ਹਾੜੀ ਵਟਾਈ ਹੈ। ਇੰਜੀਨੀਅਰਿੰਗ ਕਾਲਜ ਪੜ੍ਹਦਾ ਹੋਇਆ, ਦਿਹਾੜੀ 7 ਰੁਪਏ ਲੈਂਦੇ ਸੀ, ਮੈਨੂੰ 4 ਮਿਲਦੇ ਸੀ। ਇੱਕ ਦਫਾ ਗਰਮੀ ਦੇ ਵਿੱਚ ਮੇਰੀ ਨਸੀਰ ਚੱਲ ਪਈ, ਬਾਬਾ ਜੀ ਕਹਿੰਦੇ ਇੱਥੇ ਦਰਖਤ ਥੱਲੇ ਲੇਟ ਜਾ, ਤੇ ਮੈਂ ਕਿਹਾ ਚਲੋ ਘਰ ਜਾਣ, ਥੱਬੇ ਇਕੱਠੇ ਕਰਨਾ ਪਿਆ ਸਾਰਾ ਦਿਨ। ਆਪੋ ਸ਼ਾਮ ਸ਼ੱਕਰ ਕੋ ਮਿਲ ਜਾਂਦਾ ਸੀ, ਸ਼ੱਕਰ ਕੋ ਮਿਲਦਾ ਸੀ, ਚਲੋ ਉਹ ਤੇ ਗੱਲ ਵੱਖਰੀ ਆ। ਪਰ ਦੇਖੋ ਤੁਸੀਂ ਦੱਸਾਂ, ਇਹਨਾਂ ਨੂੰ ਖੜੇ ਕਰੋ, ਉਹ ਬੱਚਿਓ ਤੁਸੀਂ ਇੱਥੇ ਜਿਹੜੀ ਬਾਹਰ ਜਾ ਕੇ ਸਿਰ ਡਾ ਕੇ ਮੁਸ਼ੱਕਤ ਕਰੋਗੇ ਨਾ, ਦਰਦ ਤੱਕ ਖਾ ਕੇ, ਉਹਦੇ ਨਾਲ ਚੌਥਾ ਸੇ ਵੀ ਮਿਹਨਤ ਕਰ ਰਹੇ ਨਾ ਤੇ ਤੂੰ ਚੋਰ 5 ਲੱਖ ਯਾਰ ਬਈਏ ਇੱਥੇ ਆਈ ਜਾ ਰਹੇ ਨੇ, ਹਰ 6 ਲੱਖ ਇਲਮ ਜਾਬ ਹੈਗੇ ਆ ਇੱਥੇ, ਹੈਗਾ ਇਹਨੇ ਕੰਮ ਹੈ, ਜਾਬ ਇੱਥੇ ਹੈ, ਕੰਮ ਹੈਗਾ। ਹੋਰ ਜਿਵੇਂ ਪਹਿਲਾਂ ਦੱਸ ਚੁੱਕਿਆ ਵੀ ਕਿੰਨੇ ਟ੍ਰੇਡ ਦੇ ਕੰਮ ਨੇ। ਦੇਖੋ GT ਰੋਡ ਹੈਗੀ ਹੈ, ਓਕੇ, ਤੇ ਰੇਲਵੇ ਲਾਈਨ ਹੈ, ਉਹ ਪੈਰਲ ਚੱਲਦੀਆਂ ਨੇ। ਕਿਸੇ ਵੀ ਮੁਲਕ ਦੇ ਵਿੱਚ ਹਾਫ ਏ ਮਾਈਲ ਇਧਰ, ਹਾਫ ਏ ਮਾਈਲ ਕਰ ਰਹੇ ਨਾ, ਉਹਨੂੰ ਕਹਿੰਦੇ ਇੰਡਸਟਰੀਅਲ ਬੈਲਟ। ਇਹ ਕਿਸੇ ਵੀ ਮੁਲਕ ਨਹੀਂ ਹੈ। ਉੱਥੇ ਕਹੋ ਕਿ ਇੱਕ ਐਸੀ ਇੰਡਸਟਰੀਅਲ ਬੈਲਟ ਹੈਗੀ, ਇਟਸ ਬੈਕਡ ਅਪ ਬਾਈ ਸਚ ਹਾਰਡ ਵਰਕਿੰਗ ਐਂਡ ਮਕੈਨਿਕਲ ਪੀਪਲ ਲਾਈਕ ਪੰਜਾਬੀ, ਸਚ ਸਟੇਬਲ ਕਲਾਈਮੇਟ। ਲਿਆਓ ਵੀ ਟੋਟਾ, ਤੁਹਾਡੀ ਕਾਰਾਂ ਅਸੀਂ ਅੰਬਲ ਕਰਦੇ ਹਾਂ, ਤੁਸੀਂ ਲਿਆਓ ਤੁਹਾਡੀ ਕਾਰਾਂ ਅਸੀਂ ਅਸੈਂਬਲ ਕਰਦੇ ਹਾਂ। ਅਸੀਂ ਨੇਰੀ ਲਿਆ ਸਕਦੇ ਇੰਡਸਟਰੀਅਲ ਰੈਵੋਲੂਸ਼ਨ ਨਾਲ। ਮੇਰਾ ਮਤਲਬ ਕਹਿਣ ਦਾ ਹੈ ਆ ਕਿ ਸਾਨੂੰ
ਇਹ ਪਤਾ ਕਰਨਾ, ਪਰ ਲੇਕਿਨ ਕਿਉਂਕਿ ਬੇਸਿਕਲੀ ਇਕੱਲੇ ਗਵਰਨਮੈਂਟ ਦਾ ਕੰਮ ਨਹੀਂ ਆ, ਉਹ ਵੀ ਆ, ਅਸੀਂ ਆਪ ਲਿਬੜ ਚੁੱਕੇ ਹਾਂਗੇ। ਮੈਂ ਤੁਹਾਨੂੰ ਬਹੁਤੀ ਗੱਲ ਨਹੀਂ ਜਾਣਦਾਗਾ, ਮਹਾਰਾਜਾ ਰਣਜੀਤ ਸਿੰਘ ਬਾਰੇ, ਉਹ ਖਾਲਸਾ ਰਾਜ ਸੀ, ਉਹ ਸਾਡਾ ਕਾਲ ਸੀ, ਉਹ ਰਾਜ ਨੂੰ ਸਾਡਾ ਕਿੱਥੇ ਗਿਆ, ਹੁਣ ਰਾਜ ਕਿੱਥੋਂ ਲਾਵਾਂਗੇ, ਇਹ ਕਰਾਂਗੇ, ਇਹ ਬੜਾ ਗੱਲ ਚੱਲੀ ਜਾ ਰਹੀ ਬਹੁਤ। ਮਹਾਰਾਜਾ ਰਣਜੀਤ ਸਿੰਘ ਕੀਤੀ ਵੀ ਕਮਾਲ, ਪਰ ਕੋਈ ਇਹ ਦੱਸਣ ਨੂੰ ਤਿਆਰ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਜਿੰਨੀਆਂ ਵੀ ਅਹਿਦਨਾਮੇ ਕਰਦਾ ਸੀ ਉਹ ਸਰਕਾਰੇ ਖਾਲਸਾ ਕਰਕੇ ਕਰਦਾ ਸੀ, ਕਿਉਂਕਿ ਉਹਦੀ ਕਲੈਕਟਿਵ ਵਿਜ਼ਡਮ ਜਿਹੜੀ ਸੀ ਤਿੰਨਾਂ ਤੋਂ ਆਉਂਦੀ ਸੀਗੀ, ਹਰੀ ਸਿੰਘ ਨਲਵਾ, ਅਕਾਲੀ ਫੂਲਾ ਸਿੰਘ ਤੇ ਸ਼ਾਮ ਸਿੰਘ ਟਾਹਲੀ। ਉਹ ਉਹਦੇ ਨਾਲ ਜੁੜ ਕੇ ਉਹਦੇ ਨਾਲ ਖਾਲਸਾ ਰਾਜ ਕਰਕੇ ਤੇ ਕਰਦੇ ਸੀਗੇ ਸਰਕਾਰੀ ਖਾਲਸਾ। ਜਦੋਂ ਮਹਾਰਾਜਾ ਰਣਜੀਤ ਸਿੰਘ ਸੈਕਸੁਅਲ ਬਰਾਈਵਰੀ, ਦੂਜੇ ਬਰਾਈਵਰੀ ਕਰਕੇ ਨਾ ਖਤਮ ਹੋ ਗਿਆ ਤੇ ਸ਼ੇਰੇ ਪੰਜਾਬ ਨਾਲ ਸ਼ੁਰੂ ਕਰਤਾ, ਸਾਰੇ ਅਹਿਦਨਾਮੇ ਫਿਰ ਸ਼ੇਰੇ ਪੰਜਾਬ ਦੇ ਨਾਲ ਸਾਈਨ ਕਰਨੇ ਸ਼ੁਰੂ ਕਰਤੇ। ਜਦੋਂ ਕਲੈਕਟਿਵਿਜ਼ਮ ਖਤਮ ਹੋ ਗਈ, ਉਧਰੋਂ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਦਿੱਤਾ ਹੋਇਆ ਸਾਰਾ ਖਤਮ ਕਰ ਲਿਆ, ਇੱਥੋਂ ਤੱਕ ਆਪਣਾ ਮੁਤਮੰਨਾ ਤੱਕ ਨਹੀਂ ਛਾਪਿਆ ਵੀ ਇਹਦੇ ਬਾਅਦ ਮੇਰਾ ਕੌਣ ਬਣ ਜਾਏਗਾ। ਜਿਉਂ ਸਾਡੀ ਲੱਗੀ ਫਾਲ ਖਤਮ ਹੋ ਗਿਆ ਖਾਲਸਾ। ਇਹ ਦੇਖੋ ਕਿਉਂ ਅਸੀਂ ਖਤਮ ਹੋਇਆ, ਕਿਉਂਕਿ ਅਸੀਂ ਜਿਹੜੀ ਪਾਣ ਸਾਡੇ ਚੜਾਈ ਹੋਈ ਸੀ ਉਹ ਖੁਰ ਗਈ, ਹੁਣ ਵੀ ਉਹ ਖੁਰ ਗਈ ਹੈ। ਪੱਗੜ ਜ਼ਰੂਰ ਬਣੇ ਹੋਏ ਨੇ। ਮੇਰਾ ਦੋਸਤ ਇੱਥੋਂ ਗਿਆ ਚਾਵਲਾ ਦਿੱਲੀ, ਕਹਿੰਦਾ ਜੀ ਮੈਂ ਉੱਥੇ ਗਿਆ ਤੇ ਉਹ ਕਹਿੰਦਾ ਮੈਂ ਦਿੱਲੀ ਯੂਨੀਵਰਸਿਟੀ ਮੇਰੇ ਹਿੰਦੂ ਦੋਸਤ ਮਿਲੇ, ਉਹ ਕਹਿੰਦੇ ਕਾਬਲਾ ਸਾਹਿਬ ਤੁਹਾਡੇ ਸਾਡੇ 'ਚ ਕੀ ਫਰਕ ਹੈ, ਹੁਣ ਅਸੀਂ ਬੇਈਮਾਨ ਝੂਠ ਸਪਾਂਸੀ ਬੋਲਦੇ ਹਾਂ, ਤੁਸੀਂ ਵੀ ਉਹੀ ਬੋਲਦੇ ਹੋ, ਇੱਕ ਪੱਗੜ ਦਾ ਹੀ ਫਰਕ ਹੈ। ਇਹ ਹਾਲਤ ਸਾਡਾ ਇਸ ਵੇਲੇ। ਇਹ ਲਲਕਾਰ ਕੇ ਕਹੋ ਉੱਠੋ, ਆਪਣੇ ਵਿਰਸੇ ਨੂੰ ਸੰਭਾਲੋ, ਉਹ ਪਾਸੇ ਉਹ ਸੰਭਾਲੋ, ਆਪਣੇ ਆਪ ਦੇ ਵਿੱਚ ਜੈਲਸੀ ਖਤਮ ਕਰੋ, ਆਪਣੀਆਂ ਗਲਤ ਰਿਵਾਜਾਂ ਚੋਂ ਨਿਕਲੋ। ਇਹ ਤਾਂ ਤੁਹਾਨੂੰ ਆਪ ਕਰਨਾ ਪੈਣਾ। ਦੂਜੇ ਪਾਸੇ ਗਵਰਨਮੈਂਟ ਕਿੰਨਾ ਕੰਟਰੋਲ ਕਰਨ ਲਈ ਤੁਹਾਨੂੰ ਪਤਾ ਇਹ ਅੰਦਰ ਆਉਣ ਦੀ ਤਾਕਤ ਤੁਹਾਡੇ ਕੋਲੇ, ਉਹਨਾਂ ਕੋਲੇ ਨਹੀਂ ਹੈ। ਅੱਛਾ, ਜਿਹੜੇ ਪਹਿਲੂਆਂ ਤੇ ਕੰਮ ਕਰੋ। ਸਰਦਾਰ ਸੁਖਮੰਦਰ ਸਿੰਘ, ਜਿਹੜੇ ਅਸੀਂ ਸੁਖਮੰਦਰ ਸਿੰਘ, ਮੈਂ ਕਰੈਕਟ ਕਰ ਦਿਆਂ ਸਰਦਾਰ ਸਾਹਿਬ, ਮੈਨੂੰ ਇਹ ਦੱਸਿਓ ਕਿ ਮੰਨ ਲਓ ਕਿ ਅਸੀਂ ਇਸ ਖੇਤਰ ਦੇ ਚੁਣੇ ਹੋਏ ਜਿਹੜੇ ਚੁਣੇ ਜਾਣ ਵਾਲੇ ਲੋਕ ਆ, ਉਹਨਾਂ ਦੀ ਜੇ ਸਿਲੈਕਸ਼ਨ ਕਰਨੀ ਹੈ, ਚੋਣ ਕਰਨੀ ਹੋਵੇ, ਤੇ ਉਹਦਾ ਤਰੀਕਾਕਾਰ ਕੀ ਹੋਵੇ। ਅਸੀਂ ਆਰਥਿਕ ਪੱਖ ਵੱਲ ਜਾਵਾਂਗੇ, ਲੇਕਿਨ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਕਿਸੇ ਵੀ ਤਬਦੀਲੀ ਲਈ ਤੁਹਾਡੇ ਕੋਲ ਚਿਹਰੇ ਹੋਣੇ ਚਾਹੀਦੇ, ਔਰ ਚਿਹਰਿਆਂ ਤੋਂ ਵੀ ਪਹਿਲਾਂ ਇੱਕ ਨੀਤੀ ਹੋਣੀ ਚਾਹੀਦੀ ਹੈ। ਤੁਸੀਂ ਕਿਸ ਆਧਾਰ ਤੇ ਯੁੱਧ ਲੜਨਾ ਤੇ ਕਿਹਨਾਂ ਨੇ ਲੜਨਾ। ਬਿਲਕੁਲ ਬੜਾ ਸੋਹਣਾ ਸਵਾਲ ਕੀਤਾ। ਤਿੰਨ ਤਰੀਕੇ ਹੁੰਦੇ ਨੇ ਜਿਹਦੇ ਨਾਲ ਬੰਦੇ ਅੱਗੇ ਆਉਂਦੇ ਨੇ, ਜਿਹੜੇ ਮੋਹਰੀ ਬਣਦੇ ਲੀਡਰ ਬਣਦੇ ਆ। ਇੱਕ ਹੁੰਦਾ ਹੈਗਾ ਐਵੋਲੂਸ਼ਨਰੀ ਪ੍ਰੋਸੈਸ, ਜਿਹੜੇ ਕਿ ਵਰਿਆਂ ਦੀ ਸਾਦਗੀ, ਵਰਿਆਂ ਦੀ ਕਰਕੇ ਉਹ ਆਪਣੇ ਆਪ ਹੀ ਇਹਨੂੰ ਕਹਿੰਦੇ ਐਵੋਲੂਸ਼ਨਰੀ ਪ੍ਰੋਸੈਸ। ਇੱਕ ਹੁੰਦਾ ਸਿਲੈਕਸ਼ਨਰੀ ਪ੍ਰੋਸੈਸ, ਜਿਵੇਂ ਆਪਾਂ ਰਾਜ ਸਭਾ ਬੰਦੇ ਭੇਜ ਦਿੰਦੇ ਆ ਕਿ ਕਿਹੜਾ ਬੰਦਾ ਵਾਕਈ ਕਰਦਾ ਹੈ ਉਹਨੂੰ ਟਿਕ ਲਓ। ਤੀਜਾ ਹੁੰਦਾ ਇਲੈਕਸ਼ਨਰੀ ਪ੍ਰੋਸੈਸ, ਇਲੈਕਸ਼ਨ ਵਾਲਾ। ਇਲੈਕਸ਼ਨ ਇੱਕ ਐਸੀ ਚੀਜ਼ ਹੈ, ਇਹ ਕਹਿੰਦਾ ਹੈ ਵੀ ਤੁਸੀਂ ਕੁਆਂਟਿਟੀ ਹੈਗੀ, ਕੁਆਲਿਟੀ ਨਹੀਂ। ਕੂੜਾ ਕਰ ਇਕੱਠਾ ਕਰੋ, ਜਿੰਨੀ ਵੱਡੀ ਟੇਰੀ ਉਨਾ ਵੱਡਾ ਬੰਦਾ। ਜਿਹੜਾ ਇਲੈਕਸ਼ਨਰੀ ਪ੍ਰੋਸੈਸ ਹੈ ਨਾ, ਉਹ ਤੀਜੇ ਨੰਬਰ ਤੇ ਆਉਂਦਾ ਹੈ। ਇਸ ਕਰਕੇ ਜੇ ਤੁਸੀਂ ਕਹੋ ਕਿ ਲਓ ਜੀ ਅਸੀਂ ਇਲੈਕਸ਼ਨ ਟਿਕ ਲਾਂਗੇ, ਤੁਸੀਂ ਬੜੇ ਸੋਚ ਤਰੀਕੇ ਨਾਲ ਐਵੋਲੂਸ਼ਨਰੀ ਪ੍ਰੋਸੈਸ ਜਿਹੜਾ ਬੰਦਾ ਲੰਘਿਆ, ਜਿਹੜਾ ਸਹੀ ਮੈਨੇ ਚ ਟਰੈਕ ਰੈਕਡ ਸ਼ੋ ਕਰਦਾ ਹੈਗਾ, ਉਹ ਚਾਹੇ ਅਫਸਰ ਰਿਹਾ ਹੋਵੇ, IAS ਰਿਹਾ, ਕੁਝ ਵੀ ਰਿਹਾ ਹੋਵੇ, ਉਹ ਸਿਲੈਕਸ਼ਨਰੀ ਪ੍ਰੋਸੈਸ ਹੈ ਨਾ ਐਵੋਲੂਸ਼ਨਰੀ ਪ੍ਰੋਸੈਸ। ਸਿਲੈਕਸ਼ਨਰੀ ਪ੍ਰੋਸੈਸ ਜਿਹੜਾ ਕਿ ਬੰਦਾ ਜਿਹੜਾ ਇਲੈਕਸ਼ਨਰੀ ਪ੍ਰੋਸੈਸ, ਉਹ ਤੁਸੀਂ ਨਾ, ਉਹ ਇੱਕ ਐਸੀ ਚੀਜ਼ ਆ, ਉਹ ਕਿਉਂਕਿ ਪਿੰਡ ਦਾ ਸਰਪੰਚ ਰਿਹਾ ਜੀ, ਪਿੰਡ ਦਾ ਇਹਨੇ ਸਾਰਾ ਸਰਪੰਚ, ਠੀਕ ਹੈ, ਕਈ ਸਰਪੰਚ ਦੇ ਬੜੇ ਕਮਾਲ ਦੇ ਨੇ, ਪਰ ਕੱਲਾ ਵੀ ਜਿਹੜਾ ਕਿ ਕੋਈ ਸਰਪੰਚ ਰਿਹਾ ਜੀ, ਜਾਂਦਾ ਜਲਦਾ ਪੁਰਦਾ, ਜਾਣਦਾ ਪਛਾਣਦਾ, ਸਭ ਕਰਦਾ, ਕਿ ਕੰਮ ਕੁਮ ਕਰਾ ਦਿੰਦਾ ਹੈ, ਕਰਾਦਾ, ਸਭ ਕੁਛ ਕਰਦਾ, ਲੈ ਵੀ ਇਹਨੂੰ ਟਿਕ ਦਿਓ, ਕੋਈ ਵੱਡੀ ਗੱਲ ਨਹੀਂ, ਟਿਕ ਦਿਓ, ਜੇ ਇਮਾਨਦਾਰ ਹੈ ਵਧੀਆ ਕਰ ਦਿਓ। ਪਰ ਸਿਰਫ ਇਸ ਕਰਕੇ ਕਿ ਜੇ ਉਹ ਸਰਪੰਚ ਹੈਗਾ, ਕਿਉਂਕਿ ਹੁਣ ਅਕਾਲੀਆਂ ਸਰਪੰਚ ਹੈਗਾ, ਚਾਹੇ ਕਾਂਗਰਸ ਗਵਰਨਮੈਂਟ ਆ ਗਈ, ਜਿਹੜਾ ਪੈਸਾ ਆਉਂਦਾ ਹੈ ਉਹ ਨਹੀਂ ਮਿਲਦਾ ਹੈ, ਉਹ ਜਿਹੜਾ ਅਸਲੀ ਉਹ ਨਹੀਂ ਮਿਲਦਾ ਹੈਗਾ। ਇਹਦੇ ਬਹੁਤ ਕੇਸ ਨੇ ਮੈਂ ਆਪਣੇ ਪਿੰਡ ਦੇਖੇ ਨੇ। ਇਸ ਗੱਲ 'ਚ ਨਾ ਆਪਾਂ ਬਹੁਤ ਪਈਏ, ਇਹ ਗੱਲਾਂ ਦੇ ਵਿੱਚ ਕਰਨ ਲਈ ਬੜਾ ਚਿਰ ਲੱਗੇਗਾ। ਗੱਲ ਸਿਰਫ ਇਹ ਹੈਗੀ ਕਿ ਦੋ ਪਹਿਲੂ ਨੇ, ਦੋ ਫਰੰਟ ਨੇ, ਜਿਨ੍ਹਾਂ ਤੇ ਬੜਾ ਸਖਤ ਕੰਮ ਕਰਨਾ ਪੈਣਾ। ਕੱਲਾ ਹੀ ਜਿਵੇਂ ਕਹਿੰਦਾ ਜੀ ਕੀਪ ਕਰਸ਼ਿੰਗ ਦ ਡਾਰਕਨੈਸ, ਵੀ ਹੈਵ ਟੂ ਲਾਈਟ ਦ ਲਾਈਟ। ਇੱਕ ਤਾਂ ਹੈਗਾ ਉਹ ਜਿਹੜਾ ਪਾਵਰ ਸਟਰਕਚਰ ਹੈ ਕਰਪਟ ਪੋਲੀਟੀਸ਼ੀਅਨ ਦਾ, ਉਹ। ਦੂਜੇ ਪਾਸੇ ਅਸੀਂ ਆਪਣੇ ਥੱਲੇ ਵੀ ਬੌਕਰ ਮਾਰੋ, ਅਸੀਂ ਆਪ ਵੀ ਬਹੁਤ ਲਿਬੜ ਚੁੱਕੇ ਹਾਂ। ਸਾਡੇ ਅੰਦਰ ਇੰਨੀਆਂ ਮੈਲਾਂ, ਇੰਨੀਆਂ ਜੈਲਸੀ ਦੀਆਂ, ਇੰਨੀਆਂ ਆਪ ਦੀ ਈਰਖਾਂ ਦੀਆਂ, ਇੱਕ ਦੂਜੇ ਨੂੰ ਬਦਲੇ ਖੋਰੇ ਦੀਆਂ, ਰਸਮੋ ਰਿਵਾਜ ਦੇ ਵਿੱਚ ਫਸਣ ਵਾਲ ਦੀਆਂ ਇੰਨੀਆਂ ਜ਼ਿਆਦਾ ਅਸੀਂ ਉਹਦੇ 'ਚ ਚੁੱਕੇ ਹਾਂ ਕਿ ਅਸੀਂ ਆਪ ਵੀ ਤਾਂ ਹੈਗੇ। ਇਹ ਦੂਜਾ ਫਰੰਟ ਹੈਗਾ।
ਇਹਨਾਂ ਦੋਨਾਂ ਦੇ ਖਾਤਰ ਬਕਾਇਦਾ ਤੌਰ ਤੇ ਡਾਟਾ ਇਕੱਠਾ ਕਰਕੇ ਐਸੇ ਇਨਸਾਨ ਜਿਨ੍ਹਾਂ ਨੂੰ ਕੋਈ ਇਲੈਕਸ਼ਨ ਤਲਕ ਹੋਵੇ ਉਹਨਾਂ ਨੂੰ ਅੱਗੇ ਲਿਆ ਕੇ ਮਾੜੇ ਮੋਟੇ ਕੰਪੇਨ ਇਕੱਠੇ ਕਰਕੇ ਇਸ ਤਰ੍ਹਾਂ ਨਾਲ ਗੱਲ ਕਰਨ ਤਾਂ ਜੋ ਸਿੱਧੀ ਨੌਜਵਾਨ ਉਹਨਾਂ ਦੇ ਦਿਆਂ ਬੰਦਾਂ ਦੇ ਹਿੱਕ 'ਚ ਵੱਜੇ ਤੇ ਉਹ ਕਹਿਣ ਨਹੀਂ ਜੀ ਹੁਣ ਅਸੀਂ ਨਹੀਂ ਹੋਣ ਦੇਣਾਗਾ। ਜੇ ਹੁਣ ਦੱਸੋ ਨਾ ਫਿਰ ਦੱਸਣ ਲੱਗਿਆਗਾ, ਮੈਂ ਜੇ ਪਿੰਡ ਗਿਆ ਮੈਂ ਦੇਖਿਆ ਇੱਕ ਬੱਚਾ ਇੰਨਾ ਕਾਬਲ ਜੀ ਤੇ ਉਹਨੂੰ ਸਕੂਲ ਪਾਤਾ, ਉਹਨੂੰ ਸਕੂਲੋਂ ਕੱਢ ਰਿਹਾ, ਪਤਾ ਕੀ ਕਹਿੰਦਾ ਗਰੀਬ ਮਾਂ ਪਿਓ ਕਹਿੰਦਾ ਯਾਰ ਹੁਣ ਦਿਹਾੜੀ ਵਾਲੇ ਕੰਮ ਆ ਗਏ ਨੇ ਤੇ ਪੈਸਾ ਕਮਾਊਗਾ, ਇਹ ਪੜ੍ਹ ਕੇ ਕੀ ਕਰਨੇ ਨੇ, ਇੱਥੇ ਕਿਹੜਾ ਅੱਗੇ ਨੌਕਰੀ ਮਿਲ ਜਾਣੀ ਸਾਨੂੰ। ਉਹੀ ਪਿੰਡ ਉਹੀ ਜਿੱਥੇ ਅਸੀਂ ਤਪਣਾ ਦੇ ਬਹਿ ਕੇ ਘਰੇ ਆਏ ਸੀਗੇ, ਪ੍ਰਾਇਮਰੀ ਸਕੂਲ ਸੀ ਪਰ ਜਾਣ ਮਾਗੇ ਟੀਚਰ ਪੜਾਉਣਾ ਸੀ, ਅੱਗੇ ਸਿਸਟਮ ਫੇਅਰ ਸੀਗਾ। ਅੱਜ ਉਹੀ ਪਿੰਡ ਦੇ ਵਿੱਚ 10 ਗੁਣਾ ਬੱਚੇ ਕਾਬਲ ਮੇਰੇ ਤੇ ਬੈਠੇ ਨੇ, ਦਰਵਾਜ਼ੇ ਬੰਦ ਆ ਉਹਨਾਂ ਖਾਤਰ। ਇਹ ਬਦਕਿਸਮਤੀ ਹੈ, ਕਿੱਥੇ ਅਸੀਂ ਬੈਠੇ ਹਾਂ, ਕਿੱਥੇ ਸਾਡਾ ਖਜ਼ਾਨਾ ਰੁਲੀ ਜਾ ਰਿਹਾ ਹੈਗਾ। ਉਹਨਾਂ ਸਕੂਲਾਂ ਨੂੰ ਉਹਨਾਂ ਜਗ੍ਹਾ ਨੂੰ ਬੜਾ ਕੁਝ ਸਮਾਰਨਾ ਪੈਣਾ ਹੈ ਤਾਂ ਮੁੜ ਕੇ ਇਹਦੇ ਅੰਦਰ ਬਹਾਲ ਹੈ। ਪ੍ਰੋਫੈਸਰ ਸੁਖਮੰਦਰ ਸਿੰਘ, ਮੈਨੂੰ ਸਿਰਫ ਇਹ ਦੱਸਿਓ ਕਿ ਜਿਹੜੀ ਸਾਡੀ ਨੀਤੀ ਹੈ, ਮੰਨ ਲਓ ਪੰਜਾਬ ਤੁਸੀਂ ਦੇਖਦੇ ਹੋ ਦੂਰੋਂ ਬੈਠੇ ਜਰਾ ਜ਼ਿਆਦਾ ਸਗੋਂ ਸਾਫ਼ ਨਜ਼ਰ ਆਉਂਦਾ ਹੈ ਕਿ ਕਿੱਥੇ ਕਿੱਥੇ ਘਾਟਾਂ ਕਿੱਥੇ ਕਿੱਥੇ ਕਮੀਆਂ ਨੇ, ਲੇਕਿਨ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਪੰਜਾਬ ਨੂੰ ਕਿੰਨੇ ਨੁਕਾਤੀ ਪ੍ਰੋਗਰਾਮ ਦੇਣਾ ਪਊਗਾ ਇਨੀਸ਼ੀਅਲੀ, ਜੇ ਮੁੱਢਲੇ 5 ਪੁਆਇੰਟ ਹੀ ਫੜਨੇ ਹੋਣ ਤੇ ਉਹਨਾਂ 5 ਦੇ ਵਿੱਚ ਤੁਸੀਂ ਕਿਹਨੂੰ ਸ਼ਾਮਲ ਕਰੋਗੇ? ਔਰ ਆਰਥਿਕਤਾ ਤਾਂ ਹੈ ਹੀ ਆ, ਪੁਲਿਸ ਰਿਫਾਰਮਸ ਤਾਂ ਹੈ ਹੀ ਆ, ਜਿਹੜੇ ਅਸੀਂ 5-7 ਨੁਕਤਿਆਂ ਦੇ ਉੱਤੇ ਲੋਕਾਂ ਕੋਲ ਜਾਣ, ਜਿਹੜੇ ਸਿਆਣੇ ਲੋਕ ਆ, ਜਿਹੜੇ ਤੁਸੀਂ ਨੌਜਵਾਨਾਂ ਦੀ ਚੋਣ ਕਰਨ ਦੀ ਗੱਲ ਕਰ ਰਹੇ ਹੋ, ਸੋ ਉਹ ਸਭ ਤੋਂ ਪਹਿਲਾਂ ਨੀਤੀ ਬਣਨ ਵਾਲੀ ਗੱਲ ਕਿੱਥੋਂ ਸ਼ੁਰੂ ਹੋਵੇ ਤੇ ਕੌਣ ਬਣਾਉਣ? ਤੁਸੀਂ ਉਹ ਜਿਹੜਾ ਮੈਨੀਫੈਸਟੋ ਬਣਾਉਣਾ ਹੈ ਨਾ, ਉਹ ਤਾਂ ਇਹ ਬਣਾਉਣਾ ਹੈਗਾ ਕਿ ਨੰਬਰ 1 ਜੀ ਕਿ ਭਾਈ ਆਪਣੀ ਪਾਵਰ ਨੂੰ, ਆਪਣੀ ਵੋਟਿੰਗ ਪਾਵਰ ਨੂੰ ਸੱਚੇ ਸੁੱਚੇ ਤਰੀਕੇ ਨਾਲ ਵਰਤੋ। ਇਹਦੀ ਇੱਕ ਅਪੀਲ ਹੋਣੀ ਚਾਹੀਦੀ ਹੈ ਕਿ ਤੁਹਾਡੇ ਹੱਥ 'ਚ ਹੈ ਬੜਾ ਕੁਛ। ਨੰਬਰ 1 ਤਾਂ ਇਹ ਕਰੋ। ਦੂਜਾ, ਉਹਨੂੰ ਇਹ ਦੱਸੋ ਕਿ ਇਸ ਵੇਲੇ ਤੁਸੀਂ ਇੰਨੇ ਸਕੰਜੇ 'ਚ ਫਸ ਚੁੱਕੇ ਹੋ। ਆਹ ਦੇਖੋ ਅੰਕੜੇ, ਤੁਹਾਡੀ ਕੀਤੀ ਕਮਾਈ ਖਾਣੀ ਉੱਥੇ ਪੇ ਤੁਹਾਨੂੰ ਡੀਅਰਨੈਸ ਅਲਾਊਂਸ ਉੱਥੇ ਦੇ ਜਾ ਰਹੀ ਹੈ। ਉਹ ਤੁਸੀਂ ਬੜਾ ਅਮੀਰ ਹੋ, ਇੰਨੇ ਗਰੀਬ ਨਹੀਂ ਜਿਹਨੇ ਤੁਹਾਨੂੰ ਬਣਾ ਦਿੱਤਾ ਗਿਆ। ਉਹਨਾਂ ਨੂੰ ਇਹ ਚਾਨਣਾ ਪਾਓ ਕਿ ਤੁਹਾਡੀ ਕਿਰਤ ਕੀਤੀ ਕਮਾਈਆਂ ਕਿੱਥੇ ਕਿੱਥੇ ਰੁੜ ਰਹੀਆਂ ਨੇ, ਉਹਦੀਆਂ ਤਨਖਾਹਾਂ, ਉਹਨਾਂ ਦੇ ਫ੍ਰੀ ਐਮਐਲਏ ਬਣਨ ਤੋਂ ਬਾਅਦ ਨੇ ਪੈਨਸ਼ਨ ਉਹ ਸਾਰਾ ਰੋਕਣਾ ਪੈਣਾ। ਨੰਬਰ 2, ਦੂਜਾ ਪੁਆਇੰਟ ਆਉਂਦਾ ਜਾਗਰਤ ਦਾ। ਤੁਹਾਡੀ ਕੀਤੀ ਕਮਾਈ ਕੀਤੀ ਜਾ ਰਹੀ ਹੈ, ਤੁਸੀਂ ਬਹੁਤ ਅਮੀਰ ਹੋਣੇ। ਤੀਜਾ ਇਹ ਕਹੋ ਕਿ ਤੁਸੀਂ ਇਹ ਰੱਖੋ, ਮੈਨੇ ਪੂਰੀ ਕੋਸ਼ਿਸ਼ ਕਰਕੇ ਪਿੰਡੋਂ ਪਿੰਡ ਆਪ ਕਰਕੇ ਉਹ ਪਿਆਰ ਜਿਹੜਾ ਖੁਰ ਚੁੱਕਿਆ ਹੈ ਉਹ ਦੁਬਾਰਾ ਜਾਗਰਤ ਕਰਨਾ ਹੈ। ਸਿਰਫ ਸਿੰਪਲ ਲਾਈਫ ਕਰਕੇ ਆਪ ਵਿੱਚ ਦੀ ਅਸੀਂ ਜਿਹੜੇ ਨੇ ਨਾ ਅਕਾਲੀ ਆ ਗਿਆ ਤੇ ਕਾਂਗਰਸ ਆ ਗਿਆ ਤੇ ਇਲੈਕਸ਼ਨ ਕਰਾ ਲਈ, ਵੋਟਾਂ ਪਾਓ, ਇਹਨਾਂ ਨੇ ਸਾਨੂੰ ਫਾੜ ਦਿੱਤਾ, ਸਾਡਾ ਦਫਾੜ ਕਰ ਦਿੱਤਾ। ਇਹਨਾਂ ਨੂੰ ਮੂੰਹ ਨਾ ਲਾਓ, ਆਪਣਾ ਉਹ ਪੁਰਾਣਾ ਵਿਰਸਾ, ਉਹ ਚੀਜ਼ ਮੁੜ ਕੇ ਜਾਗਰਤ ਕਰੋ। ਇਹ ਤੀਜਾ। ਚੌਥਾ ਜਿਹੜਾ ਕਿ ਮੈਂ ਪਹਿਲਾਂ ਕਰ ਚੁੱਕਿਆ ਹਾਂ, ਉਹਨੂੰ ਇਹ ਦੱਸਣ ਦੀ ਕੋਸ਼ਿਸ਼ ਕਰੋ ਕਿ ਮਤ ਇਹ ਸਮਝੋ ਕਿ ਤੁਹਾਡਾ ਜ਼ਮੀਨ ਪਾਣੀ ਤੇ ਹਵਾ ਬਰਬਾਦ ਹੋ ਗਈ ਹੈ, ਇਹ ਤੁਸੀਂ ਬਚਾ ਸਕਦੇ ਹੋ ਜਦੋਂ ਤੁਸੀਂ ਪਹਿਲੇ ਨੰਬਰ ਤੇ ਉਹ ਪਾਵਰ ਬੋਰਡ ਨੂੰ ਯੂਜ਼ ਕਰਕੇ ਕਰ ਲਈ। ਤੁਸੀਂ ਡੈਮ ਬਣਾ ਕੇ ਬਿਜਲੀ ਦੇ ਹੜ ਲਿਆ ਸਕਦੇ ਹੋ, ਤੁਸੀਂ ਫਲੱਡ ਰੋਕ ਕੇ ਉਹ ਪਾਣੀ ਨੂੰ ਬੇਹੱਥਾ ਪਾਣੀ ਵਰਤ ਸਕਦੇ ਹੋ। ਇਸ ਵੇਲੇ ਪਾਣੀ ਥੱਲੋਂ ਕੱਢ ਕੇ ਪੰਜਾਬ ਨੂੰ ਰੇਗਿਸਤਾਨ ਬਣਾਈ ਜਾ ਰਹੇ ਹੋ। ਤੁਸੀਂ ਵੱਡੇ ਤੋਂ ਵੱਡਾ ਪੰਪ ਲਾਉਣਾ ਪੈਂਦਾ, ਤੁਹਾਨੂੰ ਕਿੰਨੀ ਕਰਨੀ ਪੈਂਦੀ, ਕਿੰਨਾ ਤੁਹਾਡਾ ਡੀਜ਼ਲ ਦਾ ਖਰਚਾ, ਹੋਲਾ ਖਰਚਾ ਵਧੀ ਜਾ ਰਿਹਾ ਦਿਨੋਂ ਦਿਨ। ਤੁਸੀਂ ਉਹ ਦੱਸੋ ਕਿ ਜਿਹੜੇ ਤੁਹਾਡੇ ਰਿਸੋਰਸਿਸ ਨੇ, ਜਿਹੜੇ ਤੁਹਾਡੇ ਚੌਥੇ ਤੁਹਾਡੇ ਰਿਸੋਰਸਿਸ ਨੇ, ਇਹ ਸਾਰੇ ਤੁਹਾਡੇ ਖਾਤਰ ਪਏ ਨੇ, ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ। ਇਹ 4-5 ਪੁਆਇੰਟ ਦੱਸ ਕੇ ਕਲੀਅਰਲੀ ਦੱਸ ਕੇ, ਕਿਉਂਕਿ ਟਾਈਮ ਤਾਂ ਲੱਗੇਗਾ, ਓਵਰਨਾਈਟ ਤਾਂ ਹੋਣ ਨਹੀਂ ਲੱਗੀ ਚੀਜ਼ੇ, ਪਰ ਇਹ ਦੱਸੋ ਕਿ ਇਹ ਨਾ ਸਮਝੋ ਕਿ ਕਿਤੇ ਅਮਰੀਕਾ ਕੈਨੇਡਾ ਸਭ ਕੁਝ ਪਿਆ, ਤੁਸੀਂ ਆਪ ਅਮਰੀਕਾ ਤੋਂ ਵੱਧ ਹੋ। ਤੁਸੀਂ ਆਪ, ਕਿਉਂਕਿ ਤੁਹਾਡੇ ਅੰਦਰ ਇੱਕ ਐਸੀ ਚੀਜ਼ ਹੈ ਉਹ ਵਿਕ ਸਕੇ ਜਾਏ ਤੇ ਤੁਹਾਨੂੰ ਜੋ ਚੜ੍ਹਦੀ ਕਲਾ ਬਾਹਰ ਜਾਓਗੇ ਨਾ, ਐਸੇ ਕੀਰਤੀ ਧਰਮੀ ਤੇ ਦੁਹਾਨੀ ਬੰਦੇ, ਵੀਰ ਦਲ, ਮਹਾਬਲੀ ਯੋਧੇ ਜੋ ਜਾਓਗੇ ਨਾ, ਤੁਹਾਡੇ ਚਿਹਰੇ ਵੱਲ ਦੇਖ ਕੇ ਕਹਿਣਾ ਯਾਰ ਤੇਰੇ ਚ ਕੀ ਹੈਗਾ, ਇੰਨਾ ਸ਼ਰਮਾ, ਇੰਨਾ ਅਗਰ ਇੰਨੀ ਚੜ੍ਹਦੀ ਕਲਾ ਕਿੱਥੋਂ, ਤੂੰ ਕੌਣ ਹੈ? ਤੁਹਾਨੂੰ ਦੱਸਣਾ ਪੈਣਾ ਕਿ ਮੈਂ ਸਿੱਖ ਹਾਂਗਾ, ਮੈਂ ਇਹ ਹਾਂਗਾ, ਮੈਂ ਪੰਜਾਬੀ ਹਾਂਗਾ।
ਤੁਹਾਡੇ ਅੱਜ ਹੁਣ ਇਹ ਕੀ ਹੈਗਾ, ਚਾਰੇ ਪਾਸੇ ਜਿਹੜੇ, ਮੈਂ ਤਾਂ ਹੈਰਾਨ ਹੁੰਨਾ ਕਿ ਹਿੰਦੀ ਮੂਵੀਆਂ ਤੇ ਸੈਂਸਰਸ਼ਿਪ ਹੈਗੀ ਹੈ, ਸਾਡੇ ਕਿਉਂ ਨਹੀਂ ਗਈ? ਕਈ ਵੀਡੀਓ ਦੇਖੋ ਨਾ, ਸ਼ਰਮ ਆਉਂਦੀ ਦੇਖ ਕੇ, ਸੈਂਸਰਸ਼ਿਪ ਤਾਂ ਨਹੀਂ ਲਗਾ ਸਕੇ ਅਸੀਂ। ਇਹ ਤਾਂ ਸਾਡੇ ਹੱਥ 'ਚ ਹੈ ਜੀ। ਉਹ ਪਾਵਰ ਗਰਾਊਂਡ ਲਾਏਗੀ। ਛੋਟੋ, ਮੈਂ ਬਹੁਤ ਹੀ ਗਲਤੀ ਪੈਣਾ ਚਾਹੁੰਦਾ, ਮੈਂ ਨਹੀਂ ਚਾਹੁੰਦਾ ਕਿ ਮੈਂ ਸਾਰਿਆਂ ਨੂੰ ਨਿੰਦੀ ਜਾਵਾਂ, ਮੇਰੇ 'ਚ ਆਪਣੇ ਬੜੇ ਨੁਕਸ ਨੇ, ਪਰ ਮੇਰੇ 'ਚ ਦਰਦ ਹੈਗਾ। ਮੈਂ ਇਸ ਕਰਕੇ ਸਾਰੇ ਬੰਦੇ ਖਰਾਬ ਨੇ ਨਾ, ਬੜੇ ਬੜੇ ਚੰਗੀਆਂ ਮੂਵੀਆਂ ਬਣਾਉਣ ਵਾਲੇ ਨੇ, ਚੰਗੇ IAS, ਚੰਗੇ ਦੂਜੇ ਅਫਸਰ ਵੀ ਹੈਗੇ। ਮੈਂ ਸਿਰਫ ਉਹਨਾਂ ਬਾਰੇ ਗੱਲ ਕਰ ਰਿਹਾ ਜਿਹੜੇ ਕਿ ਕਰਪਟ, ਜਿਹੜੇ ਸਾਨੂੰ ਜੋ ਕਮਾ ਕੇ ਖਾ ਰਹੇ ਨੇ ਜੀ। ਅੱਛਾ, ਮੈਨੂੰ ਸਰਦਾਰ ਸੁਖਵਿੰਦਰ ਸਿੰਘ, ਇਹ ਸਿਰਫ ਜਾਂਦੇ ਜਾਂਦੇ ਕੋਈ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਗੱਲ ਰਹਿ ਗਈ, ਕਿਉਂਕਿ ਮੈਨੂੰ ਪਤਾ ਹੈ ਤੁਸੀਂ ਹੁਣ ਆਪਣੀ ਯੂਨੀਵਰਸਿਟੀ ਜਾਣਾ ਹੈ, ਤੁਹਾਨੂੰ ਸਵੇਰੇ ਸਵੇਰੇ ਰੋਕ ਲਿਆ ਹੈ, ਔਰ ਮੈਨੂੰ ਜ਼ਰੂਰ ਕਿਉਂਕਿ ਤੁਸੀਂ ਗਾਏ ਬਗਾਏ ਈਮੇਲਸ ਕਰਦੇ ਰਹਿੰਦੇ ਹੋ, ਤੁਸੀਂ ਗਾਏ ਬਗਾਏ ਕੁਝ ਪੁਆਇੰਟਸ ਨੋਟ ਕਰਕੇ ਭੇਜਦੇ ਰਹਿੰਦੇ ਹੋ। ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਕੰਪੇਨ ਆ, ਇਹ ਜਿਹੜੀ ਤਬਦੀਲੀ ਦੀ ਲਹਿਰ ਆ, ਇਹਦੇ ਵਿੱਚ ਤੁਹਾਡਾ ਵੱਡਾ ਹਿੱਸਾ ਹੋ ਸਕਦਾ, ਤੁਸੀਂ ਯੋਗਦਾਨ ਪਾ ਸਕਦੇ ਹੋ। ਇੱਕ ਸਭ ਤੋਂ ਵੱਡੀ ਗੱਲ ਹੈ ਕਿ ਨੀਤੀ ਬਣਾ ਕੇ ਦੇਣ ਦੀ ਗੱਲ, ਤੁਹਾਡੇ ਆਲੇ ਦੁਆਲੇ 'ਚ ਵੀ ਬਹੁਤ ਐਕਸਪਰਟ ਲੋਕ ਬੈਠੇ ਆ, ਮਹਾਰਤ ਵਾਲੇ ਲੋਕ ਬੈਠੇ ਆ। ਤੁਹਾਨੂੰ ਪ੍ਰੋਮਿਸ ਵੀ ਕਰੋ ਕਿ ਤੁਸੀਂ ਸਾਨੂੰ ਆਰਥਿਕ ਖੇਤਰ ਦੇ ਮਾਮਲੇ 'ਚ, ਐਜੂਕੇਸ਼ਨ ਦੇ ਨਜ਼ਰੀਏ ਤੋਂ, ਸਿਹਤ ਦੇ ਨਜ਼ਰੀਏ ਤੋਂ, ਜਾਂ ਬਾਕੀ ਜਿਹੜੀਆਂ ਜ਼ਰੂਰੀ ਸਹੂਲਤਾਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਪ੍ਰਸ਼ਾਸਨਿਕ ਸੁਧਾਰਾਂ ਦੀ ਗੱਲ ਵੀ ਕਰ ਲੈਂਦੇ ਹਾਂ, ਉਹਨਾਂ ਮਾਮਲਿਆਂ 'ਚ ਸਾਨੂੰ ਸਪੋਰਟ ਕਰੋਗੇ, ਗਾਈਡ ਕਰੋਗੇ। ਇਹ ਸਾਡੇ ਦਰਸ਼ਕਾਂ ਨਾਲ ਇੱਕ ਸਾਂਝ ਪਾਉਂਦੇ ਜਾਓ, ਇਹ ਪ੍ਰੋਮਿਸ ਕਰਦੇ ਜਾਓ। ਮੈਂ ਬਿਲਕੁਲ, ਮੈਂ ਕੋਈ ਇਹਨਾਂ ਬਹੁਤਾ ਅਸਾ ਕਾਬਲ ਬੰਦਾ ਨਹੀਂ, ਮੈਂ ਝਟਕਾ ਬੰਦਾ, ਟਗਿਆ ਕਿਤੇ ਤੇ ਆ ਗਿਆ, ਮੇਰੀ ਕਿਸਮ ਸੀ। ਪਰ ਮੈਂ ਜੋ ਕੁਝ ਵੀ ਕਹਿ ਰਿਹਾ, ਤੁਹਾਨੂੰ ਪਤਾ ਹੋਣਾ ਹੈ ਕਿ ਮੈਂ ਲਿਖਤੀ ਰੂਪ ਦੇ ਵਿੱਚ ਇਹ ਚੀਜ਼ਾਂ ਪੁਆਇੰਟ ਲਿਖੇ ਹੋਏ ਨੇ। ਮੈਂ ਨਹੀਂ ਕਹਿੰਦਾ ਕਿ ਮੈਂ ਹਵਾ ਚੋਲੇ ਮਾਰ ਰਿਹਾ। ਨਹੀਂ, ਮੈਂ ਸਰਦਾਰ ਸਾਹਿਬ, ਮੈਂ ਆਪਣੇ ਦੋਸਤਾਂ ਨੂੰ ਦਿਖਾ ਵੀ ਦਿਆਂ ਕਿ ਮੈਨੂੰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਪ੍ਰਪੋਜ਼ਲਸ ਹੈ ਉਹ ਇਹਨਾਂ ਵੱਲੋਂ ਭੇਜੀਆਂ ਗਈਆਂ। ਇਹ ਬਕਾਇਦਾ ਇਹਨਾਂ ਨੇ ਲਿਖੀਆਂ ਹੋਈਆਂ, ਇੱਕ ਨਹੀਂ 2-3 ਇਸ ਤਰ੍ਹਾਂ ਦੀਆਂ ਮੈਨੂੰ ਈਮੇਲ। ਹਾਂਜੀ, ਸੋ ਮੈਂ ਉਹ ਸਾਰੇ ਪੇਪਰ ਕੋਲ ਰੱਖੇ, ਔਰ ਇਹ ਇੰਨੀਆਂ ਖੂਬਸੂਰਤ ਪ੍ਰਪੋਜ਼ਲਸ ਨੇ, ਜੇਕਰ ਅਸੀਂ ਇਹਨਾਂ ਦੇ ਵਿੱਚ ਇਨ ਡੈਪਥ ਜਾਂਦੇ ਆ, ਬੜਾ ਚੰਗਾ ਲੱਗਦਾ ਹੈ ਕਿ ਸਾਡੇ ਸਿਰ ਤੇ ਹੱਥ ਰੱਖਣ ਵਾਲੇ ਲੋਕ ਸਾਡੇ ਨਾਲ ਖੜੇ ਆ, ਔਰ ਇਹਨਾਂ ਕੋਲ ਇੱਕ ਬੜੀ ਵੱਡੀ ਮੂਵਮੈਂਟ ਇੱਕ ਤਰ੍ਹਾਂ ਨਾਲ, ਜਿਹਦੇ ਵਿੱਚ ਬਹੁਤ ਸਾਰੇ ਕਾਬਲ ਲੋਕ ਖੜੇ ਨੇ ਜੀ। ਦੇਖੋ, ਮੈਂ ਇੱਥੇ ਆਪਣੇ, ਮੈਂ ਕਹੀ ਜਾਂਦਾ, ਮੈਂ ਆਪਣੀ ਬੜਾਈ ਕਾਨੂੰਨ ਰਿਹਾ ਨਹੀਂ, ਮੈਂ ਤਾਂ ਬਹੁਤ ਨਿਮਾਣਾ ਤਾਂ ਬੰਦਾ, ਮੇਰੀ ਤਾਂ ਕਿਸਮਤ ਮੈਨੂੰ ਅੱਗੇ ਲੱਗੀ ਔਰ ਸੱਚੇ ਪਾਤਸ਼ਾਹ ਦੀ ਮਿਹਰ ਸੀਗੀ। ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਜਦੋਂ ਮੈਨੂੰ ਕੋਠੀ ਜਾ ਕੇ 2009 ਦੀ ਗੱਲ ਹੈ, ਮੈਨੂੰ ਰਹਿਣਾ ਪਿਆ ਨਾ, ਦੇਖਿਆ ਪਿਆ ਪੰਜਾਬ ਵਿੱਚ ਸਭ ਕੁਝ ਉਹੀ ਚੀਜ਼, ਮੇਰੇ ਅੰਦਰੋਂ ਨਾ ਬਹੁਤ ਏਦਾਂ ਦੀ ਨੇ, ਮੈਂ ਕਹਿਣਾ ਉੱਠੀਆਂ, ਓਏ ਹਾਏ ਰੱਬਾ, ਓਏ ਆ ਸਾਡਾ ਪਿੰਡ ਤੇ ਆ ਇੱਥੇ ਬਹਿ ਕੇ ਗੱਲਾਂ ਕਰਦੇ, ਪਾਸਾ ਖੇਲਦੇ, ਨਿੰਮ ਤੇ ਬੋਹੜ ਦਾ ਦਰਖਤ ਹੈ, ਉਹ ਦੁਪਹਿਰੇ ਕਿੰਨਾ 25-30 ਮੰਜੀਆਂ ਤਾਸ਼ਾਂ ਖੇਲੀ ਜਾਂਦੇ ਨੇ, ਉਹ ਕਿਸੇ ਕੋਲ ਹੁਣ ਟਾਈਮ ਨਹੀਂ, ਭੱਜੋ ਉਹ ਕਰੋ। ਮੈਂ ਕਿਹਾ ਤੁਹਾਨੂੰ ਹੋ ਕੀ ਗਿਆ? ਤੋ ਲੱਗਦਾ ਹੈ ਘਰ ਨੂੰ ਪੱਕੇ ਹੋ ਗਏ ਨੇ, ਘਰ ਵੀ ਬਹੁਤ ਪਿੰਡ 'ਚ, ਤੇ ਪਰ ਇਹ ਕੀ ਹੋ ਗਿਆ ਤੁਹਾਨੂੰ? ਕਹਿੰਦੇ ਜੇ ਕਰੇ, ਮੈਂ ਬੈਠਾ ਕੋਲ ਬੈਠਾ, ਉਹ ਬੰਦੇ ਨੇ ਮੈਨੂੰ ਰੋਣ ਹੱਕ ਵਕਤ ਦੱਸੀ ਗੱਲ, ਕਹਿੰਦਾ ਜੀ ਮੈਂ ਕਹਿ ਰਿਹਾ ਕਿ ਆਹ ਦੇਖੋ, ਇੰਨਾ ਫਰਟੀਲਾਈਜ਼ਰ ਦੇ ਖਰਚਾ, ਇੰਨਾ ਡੀਜ਼ਲ ਦਾ ਖਰਚਾ, ਇੰਨਾ ਉਹਦਾ ਖਰਚਾ ਗਣਾਇਆ ਪਰ ਏਕੜ, ਮੇਰੇ ਕੋਲ ਕੰਕੜੀ ਉਹ ਵੀ ਹੈ ਕਿ ਦੱਸੂ ਕਿਸ ਵੇਲੇ, ਇੰਨਾ ਮੈਂ ਖਰਚਾ ਕਰਦਾ ਪਰ ਏਕੜ, ਤੇ ਐਨੀਮੇਟ ਜਿਸ ਮਿਲਦਾ ਮੈਨੂੰ ਕੀ ਹੈ ਆ ਨਹੀਂ। ਲੇਕਿਨ ਇਹ ਦਿਮਾਗ ਦੇ ਵਿੱਚ ਸਾਡੇ ਪੈ ਗਿਆ ਹੈ ਕਿ ਜੀ ਝਾੜ ਬੜੀ ਹੋ ਗਈ ਹੈ, ਜੀ ਫਲਾਣਾ ਬੜੀ ਹੋ ਗਈ ਹੈ। ਉਹ ਇਹ ਨਹੀਂ ਸੋਚਦੇ ਕਿ ਪਕਾਈ ਵੀ ਵੱਧ ਗਈ ਉਨੀ, ਤੇ ਤੁਹਾਨੂੰ ਟਾਈਮ ਹੀ ਨਹੀਂ ਮਿਲਦਾ ਕੋਈ ਆਰਾਮ ਨਾਲ ਬੈਠਣ ਨੂੰ। ਇਹ ਵਿੱਚ ਕੀ ਖੱਟ ਲਿਆ ਤੁਸੀਂ ਬਾਈ? ਜ਼ਹਿਰ ਘੋਲ ਲਿਆ, ਪੰਜਾਂ ਕੋਨੀਆਂ ਸਾਰੇ ਪਿੰਡ 'ਚ ਮਾਰ ਦਿੱਤੇ, ਨਾ ਚਿੜੀਆਂ ਸਵੇਰੇ ਸੁਣਦੀਆਂ, ਨਾ ਗੁਟਾਰਾਂ ਸੁਣਦੀਆਂ ਨੇ ਉੱਥੇ, ਜੀ। ਆ ਵੀ ਦੇਖ, ਬੜੀ ਅਮੀਰ ਬਣ ਗਏ। ਕਾਹਦੀ ਅਮੀਰ ਬਣੇ? ਪਕਾਈ ਬਣ ਕੇ ਗੱਲ ਕਰਕੇ। ਉਹ ਬੰਦਾ ਰੋ ਕੇ ਮੈਨੂੰ ਕਹਿ ਰਿਹਾ, ਕਹਿੰਦਾ ਜੀ ਮੈਂ ਤੁਹਾਨੂੰ ਕੀ ਦੱਸਾਂ, ਪੰਗਾ ਸਾਲਾ ਆਇਆ ਸਟਰੀਕਾ, ਇਹਨੇ ਇੱਕ ਗੱਟਾ ਪਾਇਆ ਹੈਗਾ ਫਰਟੀਲਾਈਜ਼ਰ ਦਾ, ਗੁਆਂਢੀ ਕਹਿੰਦਾ ਮੈਂ 2 ਪਾਉਂਡ ਸਾਲਾ ਮੈਂ ਘੱਟ ਕਰੂੰਗਾ। ਆਹ ਤਾਂ ਸਾਡਾ ਐਟੀਟਿਊਡ ਹੈ, ਇਹ ਬਦਲਣਾ ਪੈਣਾ ਸਾਨੂੰ। ਮੈਂ 2009 ਦੀ ਤੁਹਾਨੂੰ ਕੀ ਦੱਸਾਂ ਗੱਲ, ਪਿੰਡ 'ਚ ਰਹਿ ਕੇ, ਵਿਛ ਕੇ, ਸੱਥ 'ਚ ਬਹਿ ਕੇ ਉਹਨਾਂ ਵਾਂਗੂ ਸਾਰਾ ਸੁਣਿਆ ਦਰਦ, ਤੇ ਮੈਂ ਦੇਖਿਆ ਕਿੱਥੇ ਸੀ ਤੇ ਕਿੱਥੇ ਆ ਕੇ ਖੜੇ ਹੋ ਗਏ ਸੀ।